सत श्री अकाल। टीवी पंजाब देख रहे दर्शकों का स्वागत। मैं हाँ दीपिका खोसला एक बार फिर हाजिर हाँ जस्टिस द राइट पाथ प्रोग्राम दे नाल। ते इस प्रोग्राम दे विच असीं तुहानूं तुहाडे अधिकारां ते कानूनां दे बारे जानकारी दिंदे हां ते अज गल करांगे धोखाधड़ी दे नाल रिलेटेड। जी हाँ, धोखाधड़ी वो चाहे बैंकिंग दे विच होवे, वो चाहे जो फ्रॉड कॉल्स आउंदियां ने और उस दौरान वड्डे घाटे पैंदे ने, खाते खाली हो जांदे ने। और इस तो इलावा ऑनलाइन फ्रॉड किवें वध रहा है और उस उत्ते नकेल कसण लई की कुछ हो रहा है। जेकर ऑनलाइन फ्रॉड का शिकार तुसीं भी हो गए हो तो उस तो बचा किवें होवेगा। उस रकम जो तुहाडे खाते दे विचों निकल चुकी है उस दा वापसी का कोई राह है या नहीं, कानूनी प्रक्रिया की है, बैंक तुहाडी किन्नी को मदद कर सकता है, अदालतां तुहाडी किन्नी को मदद कर सकदियां ने, किहड़े कानून ने, उस उत्ते चर्चा करांगे। तो तमाम मुद्दों उत्ते विस्तारपूर्वक गलबात दे लई मेरे नाल पंजाब हरियाणा हाई कोर्ट दे वकील प्रीति डब जी मौजूद ने। सब तो पहला उन्हां दा स्वागत कर लैंदे आ। प्रीति जी बहुत बहुत स्वागत है टीवी पंजाब ते तुहाडा। थैंक यू जी। तो प्रीति सब तो पहला असीं शुरुआत फ्रॉड कॉल्स तो ही करांगे क्योंकि अजकल अक्सर ही देखण नूं मिलदा है कि अजिहियां कॉल्स रिसीव हुंदियां ने। कई बार कहा जाता है कि तुहाडा कोई इनाम निकलिया है, कोई लॉटरी निकल गई है, होर नहीं तो गल्लां दे विच लगा के कई बारी OTP मंगे जाते ने और जदों OTP शेयर कर दिते जाते ने तो फिर खाते खाली हो जाते हैं, फिर वड्डियां अमाउंट्स निकल जांदियां ने। कई बार थोड़े पैसे निकलते हैं, कई बार बहुते पैसे निकलते हैं, पर व्यक्ति नूं घाटा जरूर फाइनैंशियली पैंदा है। उस कंडीशन दे विच बैंकां दे नाल भी राबता कायम किया जा सकता है और उत्थे की सहायता मिल सकती है। और जे अदालत दा रुख करना होवे, शिकायत जे उत्थे पहुँचाउणी होवे तो फिर की राह होएगा। जिद्दां तुसीं गल कीती है कि ऑनलाइन कॉल जां तां तुहानूं WhatsApp दे थ्रू आउंदियां ने जां तुहाडे फोन नंबर ते डायरैक्टली आउंदियां ने। ये कॉल डिफरेंट वे विच आउंदियां ने। कई बार तो ये कहते हैं कि जिहड़ियां कॉल आ असीं तुहानूं कोई परसन तुहाडा रिलेटिव आ फॉरन तो बोल रहा आ ਜਾਂ ਕਿਤੇ ਹੋਰ। ਪਹਿਲੀ ਗੱਲ ਤਾਂ ਇਹ ਕਿ ਉਹਨਾਂ ਤੋਂ ਡਿਟੇਲ ਕਿੱਥੋਂ ਜਾਂਦੀ ਹੈ ਕਿ ਤੁਹਾਡਾ ਨਾਮ ਵਗੈਰਾ ਕਿੱਦਾਂ ਉਹ ਜਾਣਦੇ ਨੇ। ਤੇ ਇਹ ਕੁਛ ਤੁਹਾਡੀ ਜਿਹੜੀ ਡਿਟੇਲ ਹੈ ਤੁਸੀਂ ਜਿੱਦਾਂ ਫੇਸਬੁੱਕ ਵਗੈਰਾ ਤੇ ਦੇਖਿਆ ਜਾਂਦਾ ਕਿ ਬਹੁਤ ਜ਼ਿਆਦਾ ਡਿਟੇਲ ਪਾਈ ਹੁੰਦੀ ਆ ਤਾਂ ਉੱਥੇ ਪ੍ਰਾਈਵੇਸੀ ਨਹੀਂ ਹੁੰਦੀ। ਉੱਥੋਂ ਉਹਨਾਂ ਦੇ ਨਾਮ ਵਗੈਰਾ ਬਹੁਤ ਜ਼ਿਆਦਾ ਛੋਟੀ ਛੋਟੀ ਚੀਜ਼ਾਂ ਦਾ ਪਤਾ ਲੱਗ ਜਾਂਦਾ ਆ। ਪਰਸਨ ਦਾ ਬਿਹੇਵੀਅਰ ਕਿਸ ਟਾਈਪ ਦਾ ਆ ਉਹ ਵੀ ਪਤਾ ਲੱਗ ਜਾਂਦਾ। ਤੇ ਉੱਥੋਂ ਦੇਖਦੇ ਹੋਏ ਪਰਸਨ ਨੰਬਰ ਵਗੈਰਾ ਵੀ ਕਈ ਵਾਰੀ ਤੁਸੀਂ ਫੇਸਬੁੱਕ ਦੇ ਨਾਲ ਹੀ ਸ਼ੇਅਰ ਕੀਤਾ ਹੁੰਦਾ ਆ। ਉਹਨੂੰ ਦੇਖਦੇ ਹੋਏ ਉਹ ਕਾਲ ਲਗਾਉਂਦੇ ਨੇ। ਪਹਿਲਾਂ ਤੁਹਾਨੂੰ ਆਪਣੀਆਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਇਨਵੋਲਵ ਕਰਦੇ ਆ। ਜੇ ਤੁਹਾਨੂੰ ਮਤਲਬ ਕਿ ਪਰਸਨ ਅੱਗੇ ਇੰਟਰਸਟ ਦਿਖਾ ਰਿਹਾ ਆ ਉਹ ਅੱਗੇ ਤੋਂ ਅੱਗੇ ਜਾ ਕੇ ਫਿਰ ਉਹ ਦੇਖਦੇ ਆ ਕਿ ਪਰਸਨ ਦਾ ਜੇ ਇੰਟਰਸਟ ਦਿਖਾ ਰਿਹਾ ਉਹਨੂੰ ਬੈਂਕ ਦੇ ਰਿਲੇਟਡ ਕੁਛ ਨਾ ਕੁਛ ਡਿਟੇਲ ਡਾਇਰੈਕਟਲੀ ਤਾਂ ਨਹੀਂ ਮੰਗਦੇ ਬਟ ਇਨਡਾਇਰੈਕਟਲੀ ਉਹ ਚੀਜ਼ਾਂ ਮੰਗ ਲੈਂਦੇ। ਕਈ ਵਾਰੀ ਤੁਹਾਡਾ ਜਿਹੜਾ ਅਕਾਊਂਟ ਆ ਉਹੀ ਤੁਹਾਡੇ ਫੋਨ ਨੰਬਰ ਦੇ ਨਾਲ ਅਟੈਚ ਹੁੰਦਾ। ਜਦੋਂ ਉਹਨਾਂ ਤੱਕ ਫੋਨ ਨੰਬਰ ਪਹੁੰਚ ਜਾਂਦਾ ਆ ਕਿ ਜਸਟ ਕਿਸੇ ਟਾਈਮ ਤਾਂ OTP ਆਉਣ ਤੱਕ ਦੀ ਗੱਲ ਰਹਿੰਦੀ ਹੈ ਤਾਂ 1-2 ਕਾਲ ਤੁਹਾਨੂੰ ਲਗਾਉਂਦੇ ਆ। ਪਹਿਲਾਂ ਤਾਂ ਤੁਹਾਡੇ ਨਾਲ ਇੱਕ ਫਰੈਂਡਲੀ ਰਿਲੇਸ਼ਨ ਬਿਲਡ ਕਰਦੇ ਆ ਤੇ ਹੌਲੀ ਹੌਲੀ ਜਦੋਂ ਤੁਹਾਨੂੰ ਨਹੀਂ ਪਤਾ ਹੁੰਦਾ ਉਸ ਪਰਸਨ ਨੂੰ, ਤੁਸੀਂ ਫੇਸ ਟੂ ਫੇਸ ਤਾਂ ਨਹੀਂ ਜਾਣਦੇ ਹੁੰਦੇ, ਇੱਕ ਤੁਸੀਂ ਉਹਨਾਂ ਦੇ ਕਾਲਿੰਗ ਦੇ ਨਾਲ ਹੀ ਕਾਫੀ ਜ਼ਿਆਦਾ ਉਹਨਾਂ ਦੇ ਨਾਲ ਅਟੈਚ ਹੋ ਜਾਂਦੇ ਹੋ। ਤੇ ਉਸ ਤੋਂ ਬਾਅਦ ਵਿੱਚ ਜਦੋਂ ਇੱਦਾਂ ਕਰਦੇ ਕਰਦੇ ਤੁਸੀਂ ਕਿਤੇ ਨਾ ਕਿਤੇ ਫਰੋਡ ਦੇ ਸਿਲਸਿਲੇ ਵਿੱਚ ਫਸ ਜਾਂਦੇ ਹੋ। ਕਈ ਵਾਰੀ ਤਾਂ ਜਿਹੜੇ ਅੱਜ ਕੱਲ੍ਹ ਜਿਹੜੇ ਇੱਥੇ ਮੈਰਿਜ ਦੇ ਰਿਲੇਟਡ ਕਈ ਨਵੀਆਂ ਵੈਬਸਾਈਟ ਖੁੱਲ੍ਹੀਆਂ ਨੇ ਉਹਦੇ ਰਿਲੇਟਡ ਵੀ ਕਈ ਲੋਕ ਪਹਿਲਾਂ ਤਾਂ ਫੇਸਬੁੱਕ ਤੇ ਫਰੈਂਡ ਬਣਦੇ ਆ ਤੇ ਉਹਦੇ ਵਿੱਚ ਜਾਂਦੇ ਜਾਂਦੇ ਉਹਨਾਂ ਦਾ ਰਿਲੇਸ਼ਨ ਕਾਫੀ ਬਿਲਡ ਹੋ ਜਾਂਦਾ ਆ ਬਟ ਉਹ ਇੱਕ ਦੂਸਰੇ ਨੂੰ ਪਰਸਨ ਤੌਰ ਤੇ ਨਹੀਂ ਜਾਣਦੇ ਹੁੰਦੇ ਤੇ ਉਹਦੇ ਨਾਲ ਵੀ ਕਾਫੀ ਜ਼ਿਆਦਾ ਉਹਨਾਂ ਨੂੰ ਕਹਿ ਦਿੰਦੇ ਕਿ ਮੈਂ ਤੁਹਾਨੂੰ ਐਟ ਏ ਟਾਈਮ ਹੀ ਪੈਸੇ ਟਰਾਂਸਫਰ ਕਰ ਦਿੰਦਾ ਆ ਬਟ ਮੈਨੂੰ ਅੱਜ ਮੇਰੇ ਕੋਲ ਨਹੀਂ ਹੈ। ਤੁਸੀਂ ਮੈਨੂੰ ਜੇ ਕੋਈ ਪਰਸਨ ਮੈਂ ਭਿਜਵਾ ਦਿੰਦਾ ਆ ਉਹਨੂੰ ਕੈਸ਼ ਦੇ ਦੂੰਗੇ, ਮੈਨੂੰ ਤੁਸੀਂ ਆਪਣਾ ਅਕਾਊਂਟ ਨੰਬਰ ਜਾਂ ਆਪਣੀ ਡਿਟੇਲ ਦੇ ਦਿਓ, ਮੈਂ ਉਹਦੇ ਖਾਤੇ ਦੇ ਵਿੱਚ ਤੁਹਾਡੇ ਇੰਸਟੈਂਟ ਹੁਣੇ ਹੀ ਟਰਾਂਸਫਰ ਕਰ ਦੂੰਗਾ। ਤੇ ਜਦੋਂ ਕਿਉਂਕਿ ਉਹਨਾਂ ਦੀ ਕਾਲ ਤਾਂ ਬਹੁਤ ਲੰਬੇ ਟਾਈਮ ਤੋਂ ਚੱਲਦੀ ਹੁੰਦੀ ਆ, ਫੇਸਬੁੱਕ ਤੇ ਫਰੈਂਡ ਹੁੰਦੇ ਆ, ਉਸ ਤੋਂ ਬਾਅਦ ਵਿੱਚ ਜਦੋਂ ਇੱਦਾਂ ਕਰਦੇ ਆ ਤੇ ਉਹ ਕਿਤੇ ਨਾ ਕਿਤੇ ਕਾਫੀ ਵੱਡੇ ਫਰੋਡ ਦਾ ਸ਼ਿਕਾਰ ਹੋ ਜਾਂਦੇ ਆ। ਪਹਿਲਾਂ ਛੋਟੀਆਂ ਅਮਾਊਂਟਾਂ ਤੋਂ ਸ਼ੁਰੂ ਹੁੰਦਾ ਆ ਤਾਂ ਜਦੋਂ ਇੱਦਾਂ ਹੁੰਦਾ ਮੁੜ ਕੇ ਉਹ ਉਹੀ ਨੰਬਰ 'ਤੇ ਜਦੋਂ ਕਾਲ ਲਗਾਉਂਦੇ ਆ ਕਾਲ ਕੋਈ ਅੱਗੇ ਪਿਕ ਨਹੀਂ ਕਰਦਾ, ਨੰਬਰ ਲਗਾਤਾਰ ਬੰਦ ਆਉਂਦਾ। ਜੇ ਫੇਸਬੁੱਕ 'ਤੇ ਸਰਚ ਕਰਦੇ ਤਾਂ ਉਸ ਨਾਮ ਦਾ ਕੋਈ ਪਰਸਨ ਹੀ ਨਹੀਂ ਮਿਲਦਾ। ਇੱਦਾਂ ਦੇ ਵੀ ਬਹੁਤ ਮਾਮਲੇ ਆਏ ਆ। ਇਹਦੇ ਵਿੱਚ ਮੋਸਟਲੀ ਜਿਹੜੇ ਕੰਜ਼ਿਊਮਰ ਆ ਕਸਟਮਰ ਆ ਉਹਨਾਂ ਨੂੰ ਹੀ ਅਵੇਅਰ ਹੋਣ ਦੀ ਜ਼ਰੂਰਤ ਆ ਕਿ ਤੁਸੀਂ ਕਿਸੇ ਦੇ ਨਾਲ ਇੰਨਾ ਜ਼ਿਆਦਾ ਫਰੈਂਡਲੀ ਨਾ ਹੋ ਕਿ ਤੁਹਾਨੂੰ ਉਸ ਪਰਸਨ ਬਾਰੇ ਕਿੰਨੀ ਕੁ ਜਾਣਕਾਰੀ ਹੈ, ਕੋਈ ਜਾਣਕਾਰੀ ਨਹੀਂ, ਤੁਸੀਂ ਗੱਲਾਂ ਗੱਲਾਂ ਦੇ ਵਿੱਚ ਇੱਕ ਦੂਸਰੇ ਨਾਲ ਇੰਨਾ ਕੁ ਫਰੈਂਡਲੀ ਹੋ ਜਾਂਦੇ ਹੋ ਕਿ ਤੁਹਾਨੂੰ ਉਹਦਾ ਬਹੁਤ ਵੱਡਾ ਖਾਮਿਆਜ਼ਾ ਭੁਗਤਣਾ ਪੈਂਦਾ ਹੈ।
ਜੀ ਬਿਲਕੁਲ। ਔਰ ਇਸ ਤਰ੍ਹਾਂ ਦੀਆਂ ਅਗਰ ਫਰਾਡ ਕਾਲਸ ਰਿਸੀਵ ਹੁੰਦੀਆਂ ਨੇ, ਖਾਤੇ ਵਿੱਚੋਂ ਪੈਸੇ ਕੱਟੇ ਜਾਂਦੇ ਨੇ, ਉਹਦੀ ਸ਼ਿਕਾਇਤ ਫਿਰ ਸਾਈਬਰ ਸੈੱਲ ਕੋ ਪਹਿਲਾਂ ਜਾਏਗੀ? ਜੀ ਇਹਦੇ ਲਈ ਤਾਂ ਸਪੈਸ਼ਲ ਗਵਰਨਮੈਂਟ ਨੇ ਸਾਈਬਰ ਸੈੱਲ ਬਣਾਏ ਹੋਏ ਆ, ਨਾਲ ਕੋਈ ਵੈਬਸਾਈਟਾਂ ਵੀ ਬਣਾਈਆਂ ਹੋਈਆਂ ਆ। ਤੇ ਇਹਦੇ ਨਾਲ ਤਾਂ ਤੁਸੀਂ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਲਾਗੇ ਏਰੀਏ ਦੇ ਵਿੱਚ ਕੋਈ ਵੀ ਪੁਲਿਸ ਸਟੇਸ਼ਨ ਪੈਂਦਾ, ਤੁਸੀਂ ਉੱਥੇ ਜਾ ਕੇ ਵੀ ਉਹਨੂੰ ਰਜਿਸਟਰ ਕਰਵਾ ਸਕਦੇ ਹੋ। ਤੇ ਇਹਦੇ ਲਈ 1930 ਇੱਕ ਨੰਬਰ ਆ, ਉਹਦੇ ਵਿੱਚ ਵੀ ਤੁਸੀਂ ਉਹਦੇ ਕਾਲ ਰਿਲੇਟਡ ਜੋ ਵੀ ਤੁਹਾਨੂੰ ਇੱਦਾਂ ਫਰਾਡਲੈਂਟਲੀ ਕਾਲ ਆਈਆਂ ਨੇ ਉਹਦੇ ਰਿਗਾਰਡਿੰਗ ਤੁਸੀਂ ਉਹਨੂੰ ਫੋਨ ਕਾਲ ਦੇ ਰਿਗਾਰਡਿੰਗ ਉਸ ਨੰਬਰ ਤੇ ਵੀ ਤੁਸੀਂ ਸਾਰੀ ਜਾਣਕਾਰੀ ਦੇ ਸਕਦੇ ਹੋ। ਤੇ ਇਦਾਂ ਹੀ ਤੁਸੀਂ ਗੱਲ ਕੀਤੀ ਕਿ ਜਿੱਦਾਂ ਬੈਂਕ ਦੇ ਰਿਲੇਟਡ ਵੀ ਕਈ ਵਾਰੀ ਤਾਂ ਇਹੀ ਕਹਿੰਦੇ ਆ ਕਿ ਅਸੀਂ ਬੈਂਕ ਤੋਂ ਹੀ ਬੋਲ ਰਹੇ ਹਾਂ, ਤੇ ਉਹਨਾਂ ਤੋਂ ਕਾਫੀ ਹੱਦ ਤੱਕ ਤਾਂ ਆਲਰੇਡੀ ਡਿਟੇਲ ਹੁੰਦੀ ਹੈ। ਤੇ ਉਹ ਗੱਲਾਂ ਦੇ ਵਿੱਚ ਉਹਨਾਂ ਨੂੰ ਕਹਿੰਦੇ ਕਿ ਤੁਹਾਡੀ ਇੱਕ ਲੋਟਰੀ ਨਿਕਲੀ ਹੈ, ਜੇ ਤੁਸੀਂ ਉਹ ਪੈਸੇ ਲੈਣਾ ਚਾਹੁੰਦੇ ਹੋ ਤੁਸੀਂ ਪਲੀਜ਼ ਸਾਨੂੰ OTP ਸ਼ੇਅਰ ਕਰੋ। ਤੇ ਨਾਲ ਦੀ ਨਾਲ ਹੋਰ ਵੀ ਚੀਜ਼ਾਂ ਬਹੁਤ ਸਾਰੀਆਂ ਪੁੱਛ ਲੈਂਦੇ ਆ। ਤੇ ਉਸ ਪਰਸਨ ਨੂੰ ਇੰਨਾ ਕੁ ਕੌਨਫੀਡੈਂਸ ਹੁੰਦਾ ਆ ਕਿ ਇਹ ਸਾਨੂੰ ਸਿਰਫ ਤੇ ਸਿਰਫ ਬੈਂਕ ਵੱਲੋਂ ਹੀ ਕਾਲ ਆਈ ਹੈ, ਕਿਉਂਕਿ ਇਹ ਸਾਰੀ ਡਿਟੇਲ ਤਾਂ ਮੇਰੀ ਬੈਂਕ ਕੋਲ ਹੀ ਆ। ਤੁਹਾਡਾ ਨਾਮ ਪੂਰਾ ਜੋ ਵੀ ਆ, ਤੁਹਾਡੇ ਫਾਦਰ ਮਦਰ ਦਾ ਨਾਮ, ਤੁਹਾਡੇ ਡੇਟ ਆਫ ਬਰਥ, ਤੇ ਇੱਥੋਂ ਤੱਕ ਕਿ ਤੁਹਾਡੇ ਕਈ ਵਾਰੀ ਕਿ ATM ਦੇ ਰਿਲੇਟਡ ਵੀ ਕਾਫੀ ਜਾਣਕਾਰੀ ਉਹਨਾਂ ਕੋਲ ਹੁੰਦੀ ਹੈ। ਤੇ ਉਹਦੇ ਨਾਲ ਜਦੋਂ ਇੱਦਾਂ ਕਾਲ ਦੇ ਵਿੱਚ ਰਿਲੇਟਡ ਗੱਲਾਂ ਕਰਦੇ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਆਪਣੇ ਕਾਰਡ ਦਾ CVV ਤਾਂ ਨੰਬਰ ਸ਼ੇਅਰ ਨਹੀਂ ਕੀਤਾ, ਕਿ ਕਿੱਦਾਂ ਪੈਸੇ ਕਿੱਦਾਂ ਕਢਵਾ ਲੈਣਗੇ ਜਾਂ ਇੱਦਾਂ ਦਾ। ਜਦੋਂ ਇਹ OTP ਆਉਂਦਾ ਹੈ, ਜਦੋਂ OTP ਸ਼ੇਅਰ ਕਰਦੇ ਆ ਉਹਨਾਂ ਦੇ ਨਾਲ ਖਾਤੇ ਵਿੱਚੋਂ ਕਾਫੀ ਪੈਸੇ ਨਿਕਲ ਜਾਂਦੇ ਨੇ। ਜੀ ਬਿਲਕੁਲ। ਪਰ ਇਹਦੇ ਵਿੱਚ ਜਦੋਂ ਬੈਂਕ ਚੋਂ ਪੈਸਾ ਨਿਕਲ ਗਿਆ ਤਾਂ ਉਸ ਤੋਂ ਬਾਅਦ ਬੈਂਕ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਕੀਤੀ ਜਾ ਸਕਦੀ ਹੈ? ਉਸ ਪੀੜਤ ਵਿਅਕਤੀ ਨੂੰ ਕੋਈ ਮਦਦ ਮਿਲ ਸਕਦੀ ਹੈ? ਪੈਸਾ ਵਾਪਸੀ ਦੇ ਲਈ ਕੋਈ ਰਾਹ ਹੈ? ਹਾਂਜੀ, ਜਦੋਂ ਪੈਸੇ ਨਿਕਲਦੇ ਆ ਉਹਨਾਂ ਦੇ ਖਾਤੇ 'ਚੋਂ, ਕਿ ਜਦੋਂ ਕੋਈ ਫਰਾਡਲੀ ਕਾਲ ਆਈ ਹੈ, ਚਾਹੇ ਉਹਨਾਂ ਨੇ OTP ਸ਼ੇਅਰ ਖੁਦ ਹੀ ਕੀਤਾ ਆ ਕਿ ਉਹਨਾਂ ਨੂੰ ਇਸ ਫੇਥ ਸੀਗਾ ਕਿ ਬੈਂਕ ਤੋਂ ਕਾਲ ਆਈ ਹੈ, ਤੇ ਜਦੋਂ 3 ਦਿਨਾਂ ਦੇ ਅੰਦਰ ਪਹਿਲਾਂ ਤੁਸੀਂ ਬੈਂਕ ਨੂੰ ਇਨਫੋਰਮ ਕਰਨਾ ਹੈ। ਤੁਸੀਂ ਬੈਂਕ ਨੂੰ ਜਦੋਂ ਇਨਫੋਰਮ ਕਰਨਾ ਹੈ, ਫਸਟਲੀ ਵੇ ਤਾਂ ਇਹ ਆ ਕਿ ਤੁਸੀਂ ਬ੍ਰਾਂਚ 'ਚ ਜਾ ਕੇ ਬਿਲਕੁਲ ਨਾ ਵਿਜ਼ਿਟ ਕਰੋ। ਉਹਨਾਂ ਦੇ ਆਨਲਾਈਨ ਬਹੁਤ ਸਾਰੇ ਨੰਬਰ ਹੁੰਦੇ ਆ, ਤੁਸੀਂ ਉੱਥੇ ਐਟ ਏ ਟਾਈਮ ਕਾਲ ਕਰਕੇ ਆਪਣੀ ਜਿਹੜੀ ਟ੍ਰਾਂਜੈਕਸ਼ਨ ਹੋ ਰਹੀ ਆ ਉਹਨੂੰ ਵੀ ਨਾਲ ਦੀ ਨਾਲ ਰੋਕ ਸਕਦੇ ਹੋ। ਜੇ ਉਹ ਰੁਕ ਜਾਏਗੀ ਤੁਹਾਨੂੰ ਉਹਦੇ ਨਾਲ ਤੁਸੀਂ ਕੰਪਲੇਂਟ ਤਾਂ ਮੂਵ ਕਰ ਦੋਗੇ, FIR ਵੀ ਲਾਂਚ ਹੋ ਜਾਏਗੀ, ਪਰ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਅਮਾਊਂਟ ਜਾਣ ਵਾਲੀ ਹੈ ਉਹ ਬਚ ਸਕਦੀ ਹੈ ਇਸ ਤਰੀਕੇ। ਜੇ ਬੈਂਕ ਵੀ ਹੱਥ ਖੜੇ ਕਰ ਦੇਵੇ, ਵੈਸੇ ਤਾਂ RBI ਦੇ ਜੋ ਹੁਕਮ ਜਾਰੀ ਹੋ ਚੁੱਕੇ ਨੇ ਉਹਦੇ ਮੁਤਾਬਕ ਬਿਲਕੁਲ ਤੁਹਾਨੂੰ ਜੇ ਤੁਹਾਡਾ ਪੈਸਾ ਘੱਟ ਅਮਾਉਂਟ ਦੇ ਵਿੱਚ ਡਿਡਕਟ ਹੋਇਆ ਹੈ ਤਾਂ 25,000 ਤੱਕ ਕਿਹਾ ਜਾ ਰਿਹਾ ਹੈ ਕਿ 25,000 ਰੁਪਏ ਤੱਕ ਤੁਹਾਨੂੰ ਪੇਮੈਂਟ ਮਿਲ ਸਕਦੀ ਹੈ। ਜੇ ਜ਼ਿਆਦਾ ਇਸ ਤੋਂ ਪੈਸਾ ਕੱਟਿਆ ਗਿਆ ਹੈ ਫਿਰ ਕੁਝ ਖਾਮਿਆਜ਼ਾ ਉਸ ਵਿਅਕਤੀ ਨੂੰ ਵੀ ਭੁਗਤਣਾ ਪਵੇਗਾ ਜਿਹਦਾ ਪੈਸਾ ਕੱਟ ਹੋਇਆ ਹੈ। ਜਿੱਦਾਂ ਤੁਸੀਂ ਦੱਸਿਆ ਕਿ ਬੈਂਕ ਦੇ ਰਿਲੇਟਡ ਹੈਗਾ ਤਾਂ ਪਰਸਨ ਨੂੰ ਪਹਿਲਾਂ ਤਾਂ ਬੈਂਕ ਨੂੰ ਹੀ ਇਨਫੋਰਮ ਕਰਨਾ ਪਏਗਾ, ਉਹ ਵੀ 3 ਦਿਨਾਂ ਦੇ ਅੰਦਰ। ਤੇ ਬੈਂਕ ਵੀ ਉਹਦਾ ਜਿਹੜਾ ਨਿਪਟਾਰਾ ਹੈ ਉਹ 10 ਦਿਨਾਂ ਦੇ ਅੰਦਰ ਕਰੇਗੀ। ਜੇ ਉਹ ਨਹੀਂ ਕਰਦੀ ਉਸ ਚੀਜ਼ ਦਾ ਨਿਪਟਾਰਾ, ਉਹਨਾਂ ਨੂੰ ਜਿਹੜੀ ਤਾਂ ਉਹਨਾਂ ਦੀ ਅਮਾਊਂਟ ਡਿਡਕਟ ਹੋਈ ਹੈ, ਜਿਹੜੇ ਅਮਾਊਂਟ 25,000 ਤਾਂ ਉਹਦਾ ਦੇਣਗੇ, ਜਿਹੜੀ ਅਮਾਊਂਟ ਹੋਊਗੀ ਪਲੱਸ ਉਹਦਾ ਵੀ ਨਾਲ ਦੀ ਨਾਲ ਦਿੱਤਾ ਜਾਏਗਾ। ਤੇ ਜੇ ਉਹਨਾਂ ਦੀ ਇਨ ਕੇਸ ਉੱਥੇ ਬੈਂਕ ਦੇ ਵਿੱਚ ਕੋਈ ਨਹੀਂ ਸੁਣਵਾਈ ਹੋਈ ਕਿ ਲਗਾਤਾਰ ਉਹਨਾਂ ਨੂੰ ਬਾਰ-ਬਾਰ ਹਰਾਸ ਕਰੀ ਜਾ ਰਹੇ ਆ, ਤੇ ਫਿਰ ਉਸ ਤੋਂ ਬਾਅਦ ਵਿੱਚ RBI ਨੇ ਕਾਫੀ ਉਹਨਾਂ ਨੂੰ ਕਸਟਮਰ ਨੂੰ ਹੈਲਪ ਦੇਣ ਦੇ ਲਈ ਔਨਬਰਡਸ ਜੋ ਕਿ ਲੋਕਪਾਲ ਆ ਉਹ ਵੀ ਉੱਥੇ ਨਿਯੁਕਤ ਕੀਤੇ ਹੋਏ ਕਿ ਤੁਸੀਂ ਉਹਨਾਂ ਨੂੰ ਵੀ ਤੁਹਾਡਾ ਕੋਈ ਪੈਸਾ ਨਹੀਂ ਲੱਗੇਗਾ। ਸਿੰਪਲੀ ਤੌਰ ਤੇ ਤੁਸੀਂ ਇੱਕ ਐਪਲੀਕੇਸ਼ਨ ਲਿਖਣੀ ਹੈ, ਜੋ ਤੁਹਾਡਾ ਸਾਰੇ ਡਾਕੂਮੈਂਟ ਦੀ ਡਿਟੇਲ ਆ, ਕਿਸ ਤਰੀਕ ਨੂੰ ਡਿਡਕਟ ਹੋਈ ਹੈ, ਸਕਰੀਨਸ਼ਾਟ ਜਾਂ ਕੋਈ ਵੀ ਤੁਹਾਡਾ ਨੰਬਰ ਵਗੈਰਾ, ਉਹ ਸਾਰਾ ਕੁਝ ਨਾਲ ਅਟੈਚ ਕਰਕੇ ਉਹਨਾਂ ਨੂੰ ਵੀ ਤੁਸੀਂ ਭੇਜ ਸਕਦੇ ਹੋ ਤਾਂ ਕਿ ਆਨਲਾਈਨ ਵੀ ਭੇਜਿਆ ਜਾ ਸਕਦਾ ਹੈ। ਜੀ ਬਿਲਕੁਲ। ਔਰ ਜੇ ਬੈਂਕ ਹੱਥ ਖੜੇ ਕਰ ਦਵੇ ਤਾਂ ਫਿਰ ਉਸ ਕੰਡੀਸ਼ਨ ਦੇ ਵਿੱਚ ਕਾਨੂੰਨੀ ਸਹਾਇਤਾ ਕੀ ਲਈ ਜਾ ਸਕਦੀ, ਕਿੱਥੇ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ, ਕੇਸ ਕਿਵੇਂ ਲੜਿਆ ਜਾ ਸਕਦਾ ਹੈ? ਇਹਦੇ ਵਿੱਚ ਤਾਂ ਇਹ ਆ ਕਿ ਤੁਸੀਂ ਕੰਜ਼ਿਊਮਰ ਕੋਰਟ ਦੇ ਵਿੱਚ ਵੀ ਫਾਈਲ ਕਰ ਸਕਦੇ ਹੋ, ਉੱਥੇ ਵੀ ਤੁਹਾਨੂੰ ਉਸ ਚੀਜ਼ ਦਾ ਹਰਜਾਨਾ ਪੂਰਾ ਮਿਲੇਗਾ। ਜਿਹੜੀ ਤੁਹਾਡੀ ਅਮਾਊਂਟ ਆ ਪਲੱਸ ਉਹ ਬੈਂਕ ਦੀ ਜੋ ਲਾਇਬਿਲਿਟੀ ਬਣਦੀ ਉਹਨੂੰ ਵੀ ਨਾਲ ਦੀ ਨਾਲ ਦੇਖਣਗੇ। ਪਰ RBI ਨੇ ਪਹਿਲਾਂ ਹੀ ਬਹੁਤ ਜ਼ਿਆਦਾ ਤੁਹਾਡੀ ਹੈਲਪ ਦੇ ਤੌਰ ਤੇ ਇੱਕ ਤਾਂ ਤੁਸੀਂ ਬੈਂਕ 'ਚ ਜਾ ਕੇ ਕੰਪਲੀਟ ਕਰ ਸਕਦੇ ਹੋ, ਤੇ ਸੈਕੰਡਲੀ ਉਹਨਾਂ ਨੇ ਹੀ ਇੱਕ ਔਨਬਰਡਸ ਨਾਮ ਦਾ ਜੋ ਕਿ ਲੋਕਪਾਲ ਆ ਉਹ ਵੀ ਸਟੈਬਲਿਸ਼ ਕੀਤਾ ਹੋਇਆ ਕਿ ਜੋ ਕੰਜ਼ਿਊਮਰ ਦੀ ਵੱਧ ਤੋਂ ਵੱਧ ਹੈਲਪ ਹੋ ਸਕੇ। ਇਹਦੇ ਵਿੱਚ ਜੇ ਤੁਸੀਂ OTP ਖੁਦ ਵੀ ਸ਼ੇਅਰ ਕਰਦੇ ਹੋ ਜਾਂ ਖੁਦ ਵੀ ਕੋਈ ਡਿਟੇਲ ਦਿੰਦੇ ਹੋ, ਉਹਦੇ ਵਿੱਚ ਤੁਹਾਨੂੰ ਬਿਲਕੁਲ ਕਲੀਅਰ ਨਹੀਂ ਹੈਗਾ ਕਿ ਕਾਲ ਕਿਹਦੀ ਹੈ, ਕਿਉਂਕਿ ਤੁਸੀਂ ਪਹਿਲਾਂ ਹੀ ਉਸ ਚੀਜ਼ ਦਾ ਸ਼ਿਕਾਰ ਹੋ ਚੁੱਕੇ ਹੋ ਕਿ ਕਿਸੇ ਨੇ ਤੁਹਾਡੇ ਨਾਲ ਕਿਸੇ ਚਲਾਕੀ ਦੇ ਨਾਲ ਜਾਂ ਤਾਂ ਕੋਈ ਚੀਜ਼ ਤੁਹਾਡੇ ਤੋਂ ਡਿਟੇਲ ਕਢਵਾ ਲਈਏ, ਪਰ ਉਹਦੇ ਵਿੱਚ ਤੁਹਾਨੂੰ ਤਾਂ ਕੋਈ ਜਾਣਕਾਰੀ ਨਹੀਂ ਹੈਗੀ। ਤੁਸੀਂ ਤਾਂ ਉਹਨੂੰ ਬੋਨਾਫਾਈਡਲੀ ਮਤਲਬ ਕਿ ਇੰਟੈਂਸ਼ਨ ਨਾਲ ਦੇ ਰਹੇ ਹੋ, ਸਹੀ ਤਰੀਕੇ ਨਾਲ ਦੇ ਰਹੇ ਹੋ,
ਪਰ ਜਦੋਂ ਉੱਥੇ ਹੁੰਦਾ ਹੈ ਤੇ ਆਰਬੀਆਈ ਨੇ ਇਹ ਗਾਈਡਲਾਈਨ ਜਾਰੀ ਕੀਤੀ, ਇੱਥੇ ਜਿਹੜਾ ਵੀ ਕੰਜ਼ਿਊਮਰ ਆ ਉਹਦੀ ਕੋਈ ਵੀ ਲਾਇਬਿਲਿਟੀ ਨਹੀਂ ਹੋਏਗੀ, ਫਸਟਲੀ ਜੋ ਹੈਗਾ ਬੈਂਕ ਹੀ ਜ਼ਿੰਮੇਵਾਰ ਹੋਏਗਾ। ਜੀ, ਤੇ ਇਹ ਜੋ ਪ੍ਰਕਿਰਿਆਵਾਂ ਚੱਲਦੀਆਂ ਨੇ ਜਾਂ ਕੋਈ ਇਸ ਮਾਮਲੇ 'ਚ ਦੋਸ਼ੀ ਪਾ ਲਿਆ ਜਾਂਦਾ ਹੈ, ਕੋਈ ਫਰਾਡ ਮੰਨ ਲਿਆ ਗਿਆ, ਉਹ ਫੜਿਆ ਗਿਆ, ਤਾਂ ਫਿਰ ਉਸ ਖਿਲਾਫ ਕਿਹੜੀਆਂ ਧਾਰਾਵਾਂ ਦੇ ਤਹਿਤ ਜੋ ਕੇਸ ਚੱਲੇਗਾ, ਕਿੰਨੀ ਸਜ਼ਾ ਮਿਲ ਸਕਦੀ ਹੈ? ਜਿਹੜਾ ਇਹ ਆਨਲਾਈਨ ਫਰਾਡ ਨੇ ਜੋ ਵੀ ਹੋ ਰਿਹਾ, ਇਹ ਜਿਹੜਾ ਹੈਗਾ ਸਪੈਸੀਫਿਕਲੀ ਆਈਟੀ ਐਕਟ ਦੇ ਅੰਡਰ ਤਾਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਅੰਡਰ ਸਾਰਾ ਬਿਲਕੁਲ ਕਲੀਅਰ ਨਹੀਂ ਹੋਏਗਾ। ਇਹਦੇ ਨਾਲ ਦੀ ਨਾਲ ਹੋਰ ਵੀ ਜਿਹੜੇ ਹੈਗੇ ਐਕਟ ਚੱਲਣਗੇ, ਜਿੱਦਾਂ ਆਈਪੀਸੀ ਚੱਲੇਗਾ, ਉਹਦੇ ਵਿੱਚ 420 ਸੈਕਸ਼ਨ ਆ ਜੋ ਫਰਾਡ ਦੇ ਰਿਲੇਟਡ ਆ, ਐਵੀਡੈਂਸ ਐਕਟ ਆ। ਇਹਨੂੰ ਨਾਲ ਦੀ ਨਾਲ ਦੇਖਦੇ ਹੋਏ ਹੋਰ ਵੀ ਬਹੁਤ ਸਾਰੇ ਜਿਹੜੇ ਐਕਟ ਆ ਉਹਨਾਂ ਨੂੰ ਟਾਈਮ ਦੇ ਟਾਈਮ ਅਮੈਂਡਮੈਂਟ ਹੋ ਚੁੱਕੀ ਹੈ, ਕਿਉਂਕਿ ਜੋ ਆਨਲਾਈਨ ਜੇ ਫਰਾਡ ਹੋ ਰਹੇ ਆ ਤੇ ਬਹੁਤ ਸਾਰੇ ਆਪਾਂ ਇੱਦਾਂ ਦੇ ਡਿਵਾਈਸ ਆ ਜਿਹੜੇ ਅਸੀਂ ਯੂਜ਼ ਕਰ ਰਹੇ ਆ, ਲਾਈਕ ਫੋਨ ਆ, ਕੰਪਿਊਟਰ ਆ, ਕਿ ਅੱਜ ਕੱਲ੍ਹ ਡਿਜੀਟਲ ਤੌਰ ਦੇ ਤੇ ਹਰ ਚੀਜ਼ਾਂ ਯੂਜ਼ ਹੋ ਰਹੀ ਹੈ ਤੇ ਹੈ ਹੀ ਡਿਜੀਟਲ ਯੁੱਗ ਆ। ਇਸ ਕਰਕੇ ਕਿ ਹਰ ਇੱਕ ਚੀਜ਼ ਨੂੰ ਨਾਲ ਨਾਲ ਰਿਲੇਟ ਕਰਦੇ ਕਰਦੇ ਹਰੇਕ ਚੀਜ਼ 'ਚ ਅਮੈਂਡਮੈਂਟ ਹੋ ਚੁੱਕੀ ਹੈ। ਆਈਟੀ ਐਕਟ ਜਸਟ ਤੁਹਾਨੂੰ ਕਾਫੀ ਚੀਜ਼ਾਂ ਦੇ ਰਿਲੇਟਡ ਡੈਫੀਨੇਸ਼ਨ ਤਾਂ ਕਲੀਅਰ ਕਰਦਾ ਆ, ਪਰ ਉਹਦੇ ਨਾਲ ਦੇਖਿਆ ਜਾਂਦਾ ਕਿ ਇਹ ਜਿਹੜਾ ਹੈਗਾ ਆ ਕ੍ਰਾਈਮ ਇਹ ਕਿਸ ਚੀਜ਼ 'ਚ ਫਾਲ ਕਰਦਾ, ਉਹਦੇ ਨਾਲ ਰਿਲੇਟਡ ਕੀਤਾ ਜਾਂਦਾ। ਹੁਣ ਜਿੱਦਾਂ ਕਿ ਕੰਜ਼ਿਊਮਰ ਐਕਟ ਆ, ਉਹਦੇ ਜੋ ਪਹਿਲਾਂ ਸੀਗਾ ਉਹਦੇ ਵਿੱਚ ਤਾਂ ਆਨਲਾਈਨ ਜੋ ਈ ਕਮਰਸ ਦੀਆਂ ਵੈਬਸਾਈਟ ਆ ਉਹ ਨਹੀਂ ਸੀ ਕਵਰ ਹੁੰਦੀਆਂ ਪਈਆਂ। ਜਿਹੜਾ ਹੁਣ ਵਾਲਾ ਆਇਆ ਹੈਗਾ ਆ ਉਹਦੇ ਅਕੋਰਡਿੰਗ ਜਿਹੜਾ ਹੈਗਾ ਸਾਰਾ ਈ ਕਮਰਸ ਜਿਹੜੇ ਹੈਗੇ ਸਾਰੇ ਕਵਰ ਹੋ ਰਹੀਆਂ ਆ। ਇਹਦੇ ਨਾਲ ਰਿਲੇਟਡ ਮੈਂ ਇਹ ਵੀ ਗੱਲ ਦੱਸਣਾ ਚਾਹੁੰਦੀ ਹਾਂ ਕਿ ਜਿੱਦਾਂ ਲੋਕੀ ਚੀਜ਼ ਕੋਈ ਪਰਚੇਜ਼ ਕਰਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ, ਡੋਮੇਨ ਨੇਮ ਸਪੈਸ਼ਲੀ ਦੇਖ ਲੈਣਾ ਚਾਹੀਦਾ ਹੈ। ਜਿੱਦਾਂ ਐਮਾਜ਼ੋਨ ਰਿਲੇਟਡ ਆ ਜਾਂ ਕੋਈ ਹੋਰ ਵੀ ਹੈਗੀਆਂ ਕਾਫੀ ਜ਼ਿਆਦਾ, ਉਹ ਬਿਲਕੁਲ ਸਹੀ ਵੈਬਸਾਈਟ ਆ, ਪਰ ਉਹ ਬਿਲਕੁਲ ਨਾਮ ਤਾਂ ਸੇਮ ਹੀ ਸ਼ੋਅ ਕਰਦੀਆਂ ਆ, ਕਿਤੇ ਨਾ ਕਿਤੇ ਉਹਦੇ ਵਿੱਚ ਇੱਕ ਲੈਟਰ ਦਾ ਡਿਫਰੈਂਟ ਹੁੰਦਾ ਜਾਂ ਉਹਨਾਂ ਦੇ ਵਿੱਚ ਗੈਪ ਹੁੰਦਾ ਆ, ਤੇ ਉਹ ਇਹੀ ਪਰਸਨ ਨਹੀਂ ਸਮਝ ਪਾਉਂਦਾ ਕਿ ਇਹ ਉਹ ਵੈਬਸਾਈਟ ਆ ਜਾਂ ਕੋਈ ਹੋਰ ਵੈਬਸਾਈਟ ਆ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਪਰਚੇਜ਼ ਕਰਨਾ ਆ, ਪਹਿਲਾਂ ਤਾਂ ਉਸ ਵੈਬਸਾਈਟ ਦੀ ਪੂਰੀ ਵੈਰੀਫਿਕੇਸ਼ਨ ਕਰੋ, ਉਹਦੇ ਰਿਵਿਊ ਦੇਖੋ ਕਿ ਇਹ ਵਾਕਈ ਸਹੀ ਆ। ਤੁਸੀਂ ਉੱਥੋਂ ਜਦੋਂ ਚੀਜ਼ ਪਰਚੇਜ਼ ਕਰ ਲੈਂਦੇ ਤੁਹਾਡੇ ਤੱਕ ਚੀਜ਼ ਵੀ ਨਹੀਂ ਪਹੁੰਚਦੀ, ਤੇ ਜਦੋਂ ਤੁਸੀਂ ਦੁਬਾਰਾ ਦੇਖਦੇ ਹੋ ਉਹਦੇ ਉਸੇ ਨਾਮ ਦੀ ਵੈਬਸਾਈਟ ਸਰਚ ਕਰਦੇ ਹੋ, ਤੁਹਾਨੂੰ ਅਵੇਲੇਬਲ ਹੀ ਨਹੀਂ ਹੁੰਦੀ ਹੈਗੀ, ਤੁਸੀਂ ਉੱਥੇ ਵੀ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹੋ। ਕਿ ਇਸ ਰਿਲੇਟਡ ਤਾਂ ਹੁਣ ਜਿੱਦਾਂ ਕਿ ਲੋਕੀ ਜ਼ਿਆਦਾਤਰ ਪ੍ਰੈਫਰ ਕਰਦੇ ਕਿ ਆਨਲਾਈਨ ਚੀਜ਼ਾਂ ਮੰਗਵਾਉਣਾ, ਤੇ ਇਹਨੂੰ ਦੇਖਦੇ ਦੇਖਦੇ ਬਹੁਤ ਸਾਰੇ ਇੱਦਾਂ ਦੇ ਨਾਮ ਆ ਗਏ ਆ ਜੋ ਤੁਸੀਂ ਸੁਣੇ ਵੀ ਨਹੀਂ ਹੁੰਦੇ, ਪਰ ਪਰਸਨ ਨੂੰ ਤਾਂ ਇਹ ਲੱਗਦਾ ਕਿ ਮੈਨੂੰ ਇੱਥੋਂ ਬਿਲਕੁਲ ਸਸਤੀ ਚੀਜ਼ ਮਿਲ ਰਹੀ ਹੈ, ਜਿਹੜੀਆਂ ਬਾਕੀ ਵੈਬਸਾਈਟ ਆ ਉਹ ਤਾਂ ਬਹੁਤ ਮਹਿੰਗੀਆਂ ਦੇ ਰਹੀਆਂ ਆ। ਤੇ ਉਹਦੇ ਨਾਲ ਹੀ ਜਦੋਂ ਬਿਲਕੁਲ ਸਸਤੀ ਚੀਜ਼ ਦੇ ਲਾਲਚ ਨੂੰ ਜਦੋਂ ਚੀਜ਼ ਉਹ ਪਰਚੇਜ਼ ਕਰਦਾ ਆ, ਚਾਹੇ ਉਹਦੀ ਥੋੜੀ ਹੀ ਅਮਾਊਂਟ ਡਿਡਕਟ ਹੁੰਦੀ ਹੈ, ਪਰ ਉਹ ਕਿਤੇ ਨਾ ਕਿਤੇ ਧੋਖਾਧੜੀ ਦਾ ਸ਼ਿਕਾਰ ਹੋ ਹੀ ਜਾਂਦਾ ਆ। ਉਹਦੇ ਰਿਲੇਟਡ ਵੀ ਤੁਸੀਂ ਚੁੱਪ ਨਹੀਂ ਬੈਠਣਾ, ਉਹਦੇ ਰਿਲੇਟਡ ਵੀ ਜੋ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ 1930 ਨੰਬਰ ਆ, ਉਹਦੇ ਰਿਲੇਟਡ ਤੁਸੀਂ ਪੂਰੀ ਜਾਣਕਾਰੀ ਦਿਓ ਕਿ ਮੈਂ ਇਸ ਨੰਬਰ ਤੋਂ ਆਪਣਾ ਜੋ ਵੀ ਤੁਹਾਡਾ ਅਕਾਊਂਟ ਨੰਬਰ ਆ ਜਾਂ ਪੇਟੀਐਮ ਆ ਜੋ ਵੀ ਯੂਜ਼ ਕਰ ਰਹੇ ਹੋ, ਕਿ ਮੈਂ ਇਸ ਅਕਾਊਂਟ ਨੰਬਰ ਤੋਂ ਆਪਣੀ ਅਮਾਊਂਟ ਡਿਡਕਟ ਹੋਈ ਹੈ, ਇੰਨੇ ਵਜੇ ਕੇ ਇੰਨੇ ਟਾਈਮ ਤੇ ਹੋਈ ਹੈ। ਇੱਕ ਸਕਰੀਨਸ਼ਾਟ ਜ਼ਰੂਰ ਉਸ ਚੀਜ਼ ਦਾ ਲੈ ਕੇ ਰੱਖੋ ਕਿ ਤੁਹਾਨੂੰ ਇਨ ਕੇਸ ਚਾਹੇ ਤੁਹਾਨੂੰ ਕੋਈ ਜੈਨੂਅਨ ਵੈਬਸਾਈਟ ਤੋਂ ਵੀ ਮੰਗਵਾ ਰਹੇ ਹੋ, ਪਰ ਜੇ ਤੁਹਾਡੇ ਨਾਲ ਇਦਾਂ ਦੀ ਕੋਈ ਧੋਖਾਧੜੀ ਹੁੰਦੀ ਹੈ ਤਾਂ ਤੁਸੀਂ ਕਿਤੇ ਨਾ ਕਿਤੇ ਉਹ ਚੀਜ਼ ਦਾ ਰੁੱਖ ਜ਼ਰੂਰ ਕਰ ਸਕੋ। ਜੀ, ਤਾਂ ਬਿਲਕੁਲ ਕਈ ਵਾਰ ਕੀ ਹੁੰਦਾ ਹੈ ਕਿ ਵਿਅਕਤੀ ਦੇ ਪੈਸੇ ਬੇਸ਼ੱਕ ਥੋੜੇ ਕੱਟੇ ਗਏ, ਉਹ ਇਹ ਜ਼ਹਿਨ 'ਚ ਸੋਚਦਾ ਹੈ ਕਿ ਬੈਂਕ ਨੇ ਸੁਣਵਾਈ ਨਹੀਂ ਕਰਨੀ ਔਰ ਅਦਾਲਤਾਂ ਦੇ ਕਿਹੜਾ ਚੱਕਰ ਕੱਟੂਗਾ, ਉਹ ਇਹ ਸੋਚ ਲੈਂਦਾ ਹੈ। ਤੇ ਕਈ ਵਾਰ ਜ਼ਿਆਦਾ ਪੈਸੇ ਕੱਟੇ ਜਾਣ ਤਾਂ ਪਹਿਲਾਂ ਅਸੀਂ ਫਟਾਫਟ ਬੈਂਕ ਨੂੰ ਫੋਨ ਕਰਦੇ ਹਾਂ ਕਿ ਸਾਡੇ ਇੰਨੇ ਪੈਸੇ ਕੱਟੇ ਗਏ, ਕੀ ਹੋਇਆ, ਕੀ ਵਾਪਰਿਆ, ਉਹ ਜਾਣਕਾਰੀ ਤਾਂ ਅਸੀਂ ਲੈ ਲੈਂਦੇ ਹਾਂ। ਉੱਥੇ ਜੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਬੈਂਕ ਹੱਥ ਖੜੇ ਕਰ ਦੇਵੇ, ਤਾਂ ਫਿਰ ਉਹ ਸ਼ਖਸ ਇਹ ਵੀ ਜ਼ਹਿਨ 'ਚ ਸੋਚ ਲੈਂਦੇ ਨੇ ਕਿ ਪ੍ਰੋਸੀਜਰ ਨਹੀਂ ਕਈਆਂ ਨੂੰ ਪਤਾ ਹੁੰਦਾ, ਕਈਆਂ ਕੋਲੇ ਜਾਣਕਾਰੀ ਨਹੀਂ ਹੁੰਦੀ ਕਿ ਕਿੱਦਾਂ ਪ੍ਰੋਸੈਸ ਨੂੰ ਫੋਲੋ ਕਰਨਾ ਹੈ, ਸਭ ਤੋਂ ਪਹਿਲਾਂ ਕਿੱਥੇ ਜਾਈਏ, ਕੀ ਕਰੀਏ। ਤਾਂ ਉਸ ਕੰਡੀਸ਼ਨ ਦੇ ਵਿੱਚ ਫਿਰ ਪ੍ਰੋਪਰ ਪ੍ਰੋਸੀਜਰ ਕੀ ਹੋਏਗਾ? ਜਿੱਦਾਂ ਤੁਸੀਂ ਕਿਹਾ ਕਿ ਤੁਹਾਡੀ ਜਿੱਦਾਂ ATM ਤੋਂ ਹੀ ਡਿਡਕਟ ਹੋਈ ਅਮਾਊਂਟ, ATM ਤੁਹਾਡੀ ਜੇਬ 'ਚ ਆ ਪਰ ਕਿਤੇ ਹੋਰ ਜਗ੍ਹਾ 'ਤੇ ਉਹ ਅਮਾਊਂਟ ਡਿਡਕਟ ਹੋ ਗਈ, ਤੁਸੀਂ ਫਸਟਲੀ ਤਾਂ ਬੈਂਕ ਨੂੰ ਕਾਲ ਕਰੋ। ਤੁਸੀਂ ਕਿਸੇ ਵੀ ਬ੍ਰਾਂਚ 'ਚ ਜਾ ਕੇ ਵਿਜ਼ਿਟ ਕਰ ਸਕਦੇ ਹੋ, ਪਰ ਇਹ ਚੀਜ਼ ਹੈ ਕਿ ਤੁਸੀਂ 3 ਦਿਨ ਦੇ ਅੰਦਰ ਅੰਦਰ ਬੈਂਕ ਵਾਲਿਆਂ ਨੇ ਇਨਫੋਰਮ ਕਰਨਾ ਹੈ। ਜੇ ਉਹ 10 ਦਿਨਾਂ ਦੇ ਵਿੱਚ ਨਹੀਂ ਸੁਣਵਾਈ ਕਰਦਾ, ਫਿਰ ਓਨ ਬਰਡਸ ਨਾਮ ਦੇ ਜੋ ਕਿ ਲੋਕਪਾਲ ਆ ਉਹ ਬਣੇ ਹੋਏ ਆ, ਤੁਸੀਂ ਉਸ ਤੋਂ ਬਾਅਦ ਵਿੱਚ ਉੱਥੇ ਆਪਣੀ ਜੋ ਵੀ ਪਹਿਲਾ ਪ੍ਰੋਸੀਜਰ ਆ ਸਾਰੀਆਂ ਉਹ ਐਪਲੀਕੇਸ਼ਨਾਂ ਲਗਾਓ, ਜੋ ਵੀ ਤੁਸੀਂ ਉੱਥੇ ਡਾਕੂਮੈਂਟ ਲਾਏ ਸੀਗੇ, ਤੇ ਉਹਦੇ ਵਿੱਚ ਸਪੈਸ਼ਲ ਵੇਰਵਾ ਇਹ ਦਿਓ ਕਿ ਬੈਂਕ ਨੇ ਇੰਨੇ ਦਿਨਾਂ 'ਚ ਸਾਡੀ ਨਹੀਂ ਸੁਣਵਾਈ ਕੀਤੀ, ਨੈਕਸਟ ਪ੍ਰੋਸੈਸ ਉਹ ਆ। ਨਾਲ ਦੀ ਨਾਲ ਜੇ ਤੁਹਾਡੀ ਉੱਥੇ ਵੀ ਨਹੀਂ ਕਿਤੇ ਸੁਣਵਾਈ ਹੋ ਰਹੀ, ਤੁਹਾਡਾ ਇੱਕ ਡਿਟੇਲ ਤਾਂ ਸਾਰੀ ਤੁਹਾਡੇ ਤੋਂ ਇਕੱਠੀ ਹੋ ਚੁੱਕੀ ਆ, ਤੇ ਉਹ ਤੁਸੀਂ ਕੰਜ਼ਿਊਮਰ ਕੋਰਟ ਦੇ ਵਿੱਚ ਵੀ ਜਾ ਸਕਦੇ ਹੋ। ਕੰਜ਼ਿਊਮਰ ਕੋਰਟ ਵੀ ਇੰਨੀ ਮਹਿੰਗੀ ਨਹੀਂ ਹੈਗੀ,
ਜੇ ਪਰਸਨ ਨੂੰ ਖੁਦ ਨੌਲੇਜ ਹੈ ਤਾਂ ਉੱਥੇ ਜਾ ਕੇ ਵੀ ਉਹ ਵਿਜ਼ਿਟ ਕਰਕੇ ਆਪਣਾ ਪੂਰਾ ਕੇਸ ਦੱਸ ਕੇ ਸੁਣਵਾਈ ਉਹਨਾਂ ਦੀ ਉੱਥੇ ਵੀ ਹੋ ਸਕਦੀ ਹੈ। ਤੇ ਜਿੱਦਾਂ ਕਿ ਇੱਥੇ ਇਹ ਆ ਕਿ ਜੇ ਉਹ ਇਦਾਂ ਨਹੀਂ ਕਰਨਾ ਚਾਹੁੰਦੇ, ਬਾਰ-ਬਾਰ ਚੱਕਰ ਨਹੀਂ ਲਗਾਉਣਾ ਚਾਹੁੰਦੇ, ਆਨਲਾਈਨ ਵੀ ਤੁਸੀਂ ਆਪਣੀ ਕੰਪਲੇਂਟ ਮੂਵ ਕਰ ਸਕਦੇ ਹੋ। ਜੀ ਬਿਲਕੁਲ। ਤਾਂ ਇਹਦੇ ਨਾਲ ਹੀ ਆਪਾਂ ਮੈਸੇजेस ਦਾ ਵੀ ਜ਼ਿਕਰ ਕਰਾਂਗੇ, ਕਿਉਂਕਿ ਕਈ ਵਾਰ ਮੈਸੇਜ ਵੀ ਰਿਸੀਵ ਹੁੰਦੇ ਨੇ, ਖਾਸ ਤੌਰ ਤੇ ਜਦੋਂ ਕਰੋਨਾ ਦਾ ਦੌਰ ਚੱਲਿਆ ਉਸ ਤੋਂ ਬਾਅਦ ਵਰਕ ਫਰੋਮ ਹੋਮ ਦਾ ਬਹੁਤ ਚਲਨ ਸ਼ੁਰੂ ਹੋ ਗਿਆ ਕਿ ਘਰੋਂ ਹੀ ਕੰਮ ਕਰੋ। ਹਾਲੇ ਵੀ ਕਈ ਮੈਸੇजेस ਰਿਸੀਵ ਹੋ ਜਾਂਦੇ ਨੇ ਕਿ ਚਾਹੇ ਤੁਸੀਂ ਸਟੂਡੈਂਟ ਹੋ, ਚਾਹੇ ਹਾਊਸ ਵਾਈਫ ਹੋ, ਚਾਹੇ ਕਿਤੇ ਜੌਬ ਕਰ ਰਹੇ ਹੋ, ਤਾਂ ਵੀ ਤੁਸੀਂ ਘਰੋਂ ਕੁਝ ਟਾਈਮ ਲਈ ਪਾਰਟ ਟਾਈਮ ਕੰਮ ਕਰਨਾ ਚਾਹੋ ਤਾਂ ਤੁਸੀਂ ਵਰਕ ਫਰੋਮ ਹੋਮ ਕਰ ਸਕਦੇ ਹੋ। ਸੈਲਰੀਜ਼ ਵੀ ਥੋੜੇ ਟਾਈਮ ਦੇ ਲਈ ਹੀ ਮੋਟੇ ਅਮਾਉਂਟ ਦੱਸ ਦਿੱਤੇ ਜਾਂਦੇ ਨੇ ਕਿ ਇੰਨੇ ਹਜ਼ਾਰ ਤੁਹਾਡੇ ਖਾਤੇ ਦੇ ਵਿੱਚ ਆਏਗਾ, ਇੰਨੇ ਦਿਨ ਕੰਮ ਕਰਨਾ ਹੋਏਗਾ, ਇੰਨੇ ਦਿਨ ਦੀ ਛੁੱਟੀ ਹੋਏਗੀ। ਮਤਲਬ ਕਹਿ ਸਕਦੇ ਹਾਂ ਕਿ ਐਡਵਰਟਾਈਜ਼ਮੈਂਟ ਹੀ ਇੰਨੀਆਂ ਦਿਲਚਸਪ ਬਣਾ ਕੇ ਭੇਜੀਆਂ ਹੁੰਦੀਆਂ ਨੇ ਕਿ ਕਈ ਵਾਰ ਲੋਕ ਫਸ ਜਾਂਦੇ ਨੇ, ਝਾਂਸਿਆਂ ਦੇ ਵਿੱਚ ਆ ਜਾਂਦੇ ਨੇ। ਤਾਂ ਉਸ ਤੋਂ ਬਾਅਦ ਕੰਮ ਵੀ ਥੋੜਾ ਬਹੁਤ ਕੰਟੈਕਟ ਜਦੋਂ ਹੋ ਜਾਂਦਾ ਹੈ, ਕੰਮ ਵੀ ਥੋੜਾ ਬਹੁਤ ਸ਼ੁਰੂ ਹੋ ਜਾਂਦਾ ਹੈ, ਇੱਕ ਦੋ ਵਾਰੀ ਪੈਸਾ ਥੋੜਾ ਬਹੁਤ ਖਾਤੇ ਦੇ ਵਿੱਚ ਆਉਂਦਾ ਵੀ ਹੈ। ਤਾਂ ਉਸ ਤੋਂ ਬਾਅਦ ਜਾਣਕਾਰੀ ਸਾਂਝੀ ਜਦੋਂ ਹੋ ਜਾਂਦੀ ਹੈ ਅਕਾਊਂਟ ਰਿਲੇਟਡ, ਤਾਂ ਫਿਰ ਅਕਾਊਂਟ ਵੀ ਵਿਹਲੇ ਹੋ ਜਾਂਦੇ ਨੇ। ਫਿਰ ਉਸ ਕੰਡੀਸ਼ਨ ਦੇ ਵਿੱਚ ਕੀ ਕੀਤਾ ਜਾ ਸਕਦਾ ਹੈ? ਜਿੱਦਾਂ ਤੁਸੀਂ ਜਦੋਂ ਦੱਸਿਆ ਕਿ ਇੱਦਾਂ ਕਾਲ ਵੀ ਆਉਂਦੀਆਂ ਜਾਂ WhatsApp ਤੇ ਹੀ ਮੈਸੇਜ ਬਹੁਤ ਸ਼ੇਅਰ ਹੋ ਜਾਂਦੇ ਆ, ਕਿ ਪਹਿਲੀ ਗੱਲ ਤਾਂ ਇਹ ਕਿ ਤੁਹਾਡਾ ਨੰਬਰ ਕਿੱਥੋਂ ਇਹ ਚੀਜ਼ਾਂ ਦਾ ਉਹਨਾਂ ਨੂੰ ਪ੍ਰੋਵਾਈਡ ਹੁੰਦਾ ਹੈ। ਇਹ ਨੰਬਰ ਜਦੋਂ ਤੁਸੀਂ ਕਿਤੇ ਸ਼ੇਅਰ ਕੀਤਾ ਹੋਵੇ ਕਿਸੇ ਗਰੁੱਪ 'ਚ, ਅੱਗੇ ਦੇ ਅੱਗੇ ਉਹ ਚੀਜ਼ਾਂ ਨੂੰ ਸ਼ੇਅਰ ਕਰਦੇ ਉਹਨਾਂ ਤੋਂ ਨੰਬਰ ਚਲ ਜਾਂਦੇ ਕਿ ਇਹ ਪਰਸਨ ਨੂੰ ਜੌਬ ਦੇ ਰਿਲੇਟਡ ਅਰਜੈਂਟ ਨੀਡ ਆ। ਤੇ ਜਦੋਂ ਪਰਸਨ ਨੂੰ ਇੱਦਾਂ ਦਾ ਕੋਈ ਹੁੰਦਾ ਕਿ ਮੈਂ ਕੰਮ ਕਰਨਾ ਆ, ਤੇ ਜਦੋਂ ਉਹ ਮੈਸੇਜ ਭੇਜਦੇ ਆ ਕਿ ਤੁਸੀਂ ਇੰਨੇ ਘੰਟਿਆਂ ਲਈ ਕੰਮ ਕਰੋ ਤੇ ਤੁਸੀਂ 10,000 20,000 ਰੁਪਇਆ ਪਰ ਘੰਟੇ ਦੇ ਲਈ ਕਮਾ ਸਕਦੇ ਹੋ, ਤੇ ਉਹ ਇੰਨੇ ਕੋ ਲਾਲਚ ਵਿੱਚ ਆ ਜਾਂਦੇ ਆ ਕਿ ਪਹਿਲੀ ਗੱਲ ਤੇ ਮੈਂ ਇਹ ਪਬਲਿਕ ਨੂੰ ਦੱਸਣਾ ਚਾਹੂੰਗੀ ਕਿ ਕੋਈ ਵੀ ਈਜ਼ੀ ਵੇ ਨਹੀਂ ਹੈਗਾ ਅਮੀਰ ਬਣਨ ਦਾ। ਜੇ ਇਦਾਂ ਦੇ ਕੰਮ ਦੱਸੂਗੇ ਕਿ ਤੁਸੀਂ ਟਾਈਪਿੰਗ ਕਰਨੀ ਆ, ਅਸੀਂ ਖੁਦ ਹੀ ਮਟੀਰੀਅਲ ਤੁਹਾਨੂੰ ਪ੍ਰੋਵਾਈਡ ਕਰਾਂਗੇ, ਉਹ ਟਾਈਪਿੰਗ ਕਰਨੀ ਆ, ਜਾਂ ਤੁਸੀਂ ਮੂਵੀ ਦੇਖਣੀ ਆ ਤੇ ਉਹਦੇ ਰਿਵਿਊ ਦੇਣੇ ਆ, ਤੇ ਇਦਾਂ ਦੀਆਂ ਚੀਜ਼ਾਂ ਜੋ ਕਿ ਕੰਮ ਬਿਲਕੁਲ ਨਹੀਂ ਹੁੰਦਾ, ਫਿਰ ਵੀ ਉਹਨਾਂ ਨੂੰ ਇਦਾਂ ਭਰਮਾਉਂਦੇ ਆ ਕਿ ਲੋਕਾਂ ਨੂੰ ਲੱਗਦਾ ਕਿ ਇਹ ਜੈਨੂਅਨ ਆ। ਫਿਰ ਜਦੋਂ ਐਂਡ ਦੀ ਐਂਡ ਕੰਮ ਉਹ ਕਰ ਲੈਂਦੇ ਆ, ਫਿਰ ਉਹਨਾਂ ਤੋਂ ਅਕਾਊਂਟ ਦੀ ਡਿਟੇਲ ਮੰਗੀ ਜਾਂਦੀ ਹੈ ਕਿ ਤੁਸੀਂ ਆਪਣਾ ਅਕਾਊਂਟ ਨੰਬਰ ਸ਼ੇਅਰ ਕਰੋ ਤੇ ਤੁਹਾਡੇ ਖਾਤੇ ਵਿੱਚ ਅਸੀਂ ਅਮਾਊਂਟ ਜਿਹੜੀ ਤੁਹਾਡੀ ਬਣਦੀ ਆ ਉਹ ਪਾ ਦਿੰਦੇ ਆ। ਤੇ ਉਹ ਜਦੋਂ ਹੀ ਆਪਣਾ ਅਕਾਊਂਟ ਨੰਬਰ ਸ਼ੇਅਰ ਕਰਦੇ ਆ ਤੇ ਫਿਰ ਉਹਨਾਂ ਨੂੰ ਨੈਕਸਟ ਉਹ ਕਹਿੰਦੇ ਆ ਕਿ ਹੁਣ ਤੁਹਾਨੂੰ ਇੱਕ OTP ਆਏਗਾ, ਉਹ ਵੀ ਸ਼ੇਅਰ ਕਰ ਦੇਵੋ ਤੇ ਉਹਦੇ ਨਾਲ ਹੀ ਤੁਹਾਨੂੰ ਟ੍ਰਾਂਜੈਕਸ਼ਨ ਹੋਣੀ ਆ। ਜਦੋਂ OTP ਸ਼ੇਅਰ ਕਰਦੇ ਆ ਤੇ ਉਹ ਦੇਖਦੇ ਆ ਕਿ ਉਲਟਾ ਪੈਸੇ ਆਉਣ ਦੀ ਬਜਾਏ ਉਹਨਾਂ ਦੇ ਉਲਟਾ ਖਾਤੇ 'ਚੋਂ ਹੀ ਕੱਟ ਹੋ ਗਏ ਆ। ਤੇ ਇਹਦੇ ਨਾਲ ਲੋਕ ਜਿਹੜੇ ਹੈਗੇ ਉਹ ਇਸ ਚੀਜ਼ ਲਈ ਚੁੱਪ ਨਾ ਬੈਠਣ, ਉਹਨਾਂ ਨੂੰ ਸਪੈਸ਼ਲੀ ਜੇ ਤੁਸੀਂ ਇਹਦੇ ਲਈ ਐਕਸ਼ਨ ਲਓਗੇ ਤਾਂ ਹੀ ਉਹਦੇ ਨਾਲ ਸੁਧਾਰ ਹੋਏਗਾ ਆਉਣ ਵਾਲੇ ਟਾਈਮ 'ਚ ਜੀ। ਤਾਂ ਐਕਸ਼ਨ ਕੀ ਲਿਆ ਜਾ ਸਕਦਾ ਹੈ ਫਿਰ? ਜੇ ਮੰਨ ਲਓ ਖਾਤੇ 'ਚੋਂ ਪੈਸੇ ਨਿਕਲ ਗਏ ਤਾਂ ਫਿਰ ਕੀ ਪ੍ਰੋਸੈਸ ਹੋਏਗਾ ਉਹਨੂੰ ਵਾਪਸ ਲੈਣ ਲਈ? ਦੋਸ਼ੀ ਨੂੰ ਕਿਵੇਂ ਫੜਿਆ ਜਾਵੇ? ਦੇਖੋ, ਜਦੋਂ ਤੁਹਾਡੇ ਨਾਲ ਇਦਾਂ ਦੀ ਧੋਖਾਧੜੀ ਹੋ ਰਹੀ ਹੈ ਤੇ ਤੁਸੀਂ ਤਾਂ ਵੈਸੇ ਤੁਹਾਨੂੰ ਘਰ ਦੇ ਵਿੱਚੋਂ ਬਾਹਰ ਜਾ ਕੇ ਵੀ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ। 1930 ਨੰਬਰ ਤੇ ਤੁਸੀਂ ਕਾਲ ਕਰੋ। ਆਨਲਾਈਨ ਹੋਰ ਵੀ ਕਾਫੀ, ਤੁਸੀਂ ਜਦੋਂ FIR ਵੀ ਕਰਵਾਉਂਦੇ ਹੋ ਆਨਲਾਈਨ ਵੀ ਕਾਫੀ ਕੰਪਲੇਂਟ ਰਜਿਸਟਰ ਹੁੰਦੀ ਹੈ। ਜਸਟ ਉੱਥੇ ਇਹ ਹੈਗਾ ਕਿ ਤੁਹਾਨੂੰ ਇੱਕ ਨੰਬਰ ਸਾਂਭ ਕੇ ਰੱਖਣਾ ਪਏਗਾ ਜਿਹੜਾ ਉਹ ਪ੍ਰੋਵਾਈਡ ਹੁੰਦਾ ਆ, ਤੇ ਉਹਦੇ ਨਾਲ ਦੀ ਨਾਲ ਤੁਹਾਡੀ ਕੰਪਲੇਂਟ ਵੀ ਅੱਗੇ ਤੋਂ ਅੱਗੇ ਚੱਲੀ ਜਾਏਗੀ। ਕਈ ਵਾਰੀ ਤਾਂ ਇੱਦਾਂ ਹੁੰਦਾ ਕਿ ਪਰਸਨ ਕਹਿੰਦੇ ਆ ਕਿ ਮੈਂ ਇੱਥੇ ਘਰ ਵਿੱਚ ਬੈਠਾ ਸੀ ਤੇ ਮੇਰੇ ਹੀ ਫੋਨ ਤੋਂ ਜਾਂ ਤਾਂ ਕਿਸੇ ਹੋਟਲ ਦੀ ਬੁਕਿੰਗ ਹੋ ਗਈ ਆ ਜਾਂ ਕੋਈ ਟਿਕਟ ਬੁੱਕ ਹੋ ਗਈ ਹੈ, ਤੇ ਉਸ ਪਰਸਨ ਨੂੰ ਆਪਣੀ ਹਿਸਟਰੀ ਇੱਕ ਕ੍ਰੀਏਟ ਕਰਨ ਦੇ ਲਈ ਜਿਸ ਟਾਈਮ ਉਹਦੇ ਨਾਲ ਇਹ ਧੋਖਾਧੜੀ ਦਾ ਉਹਨੂੰ ਮੈਸੇਜ ਆਇਆ, ਉਹ ਐਟ ਏ ਟਾਈਮ ਜਾਵੇ ਤੇ ਜਿਹੜਾ ਲੋਕਲ ਕੋਈ ਵੀ ATM ਪੈਂਦਾ ਆ ਉੱਥੇ ਜਾ ਕੇ ਆਪਣੇ ਕਾਰਡ ਦੀ ਟ੍ਰਾਂਜੈਕਸ਼ਨ ਕਰੇ, ਕਿ ਉਹ ਦੱਸੇ ਕਿ ਦੇਖੋ ਕਿ ਇਸ ਟਾਈਮ ਤਾਂ ਮੈਂ ਇੱਥੇ ਪ੍ਰੈਜ਼ੈਂਟ ਸੀਗਾ, ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ, ਫਿਰ ਵੀ ATM ਉਸ ਜਗ੍ਹਾ ਤੋਂ ਕੱਟ ਹੋਏ ਆ, ਕਿੱਦਾਂ ਮੈਂ ਇਸ ਟਾਈਮ ਤੇ ਕਿੱਦਾਂ ਉੱਥੇ ਪਹੁੰਚ ਸਕਦਾ ਸੀਗਾ। ਤੇ ਉਹਦੇ ਨਾਲ ਤੁਹਾਨੂੰ ਇਹ ਕਿ ਤੁਹਾਡਾ ਜਿਹੜਾ ਕੇਸ ਆ ਥੋੜਾ ਹੋਰ ਸਟਰੋਂਗ ਬਣ ਜਾਏਗਾ। ਤੁਹਾਨੂੰ ਜਿਹੜਾ ਕਿ ਪੁਲਿਸ ਨੂੰ ਜਿਹੜਾ ਕੰਮ ਕਰਨਾ ਪਏਗਾ ਥੋੜਾ ਉਹਨਾਂ ਦੇ ਲਈ ਵੀ ਹੈਲਪਫੁਲ ਹੋ ਜਾਏਗਾ ਕਿ ਤੁਸੀਂ ਇੱਕ ਹਿਸਟਰੀ ਕ੍ਰੀਏਟ ਕਰ ਲਈਏ ਤੇ ਹੋਰ ਵੀ ਈਜ਼ੀ ਹੋ ਜਾਏਗਾ, ਕੋਰਟ ਦੇ ਲਈ ਵੀ ਤੁਹਾਡੇ ਲਈ ਵੀ ਈਜ਼ੀ ਹੋ ਜਾਏਗਾ ਉਨਾ ਹੀ। ਜੀ, ਜੇ ਇਹ ਮਾਮਲੇ ਕੋਰਟ ਤੱਕ ਪਹੁੰਚਦੇ ਨੇ ਤਾਂ ਫਿਰ ਕਿੰਨੇ ਕੁ ਸਮੇਂ ਦੇ ਵਿੱਚ ਇਹ ਮਾਮਲੇ ਨਜਿੱਠੇ ਜਾਂਦੇ ਨੇ? ਜਿਹੜੇ ਇਹ ਕੇਸ ਹੈਗੇ ਆ, ਪਹਿਲਾਂ ਤਾਂ ਇਹ ਜਿੱਦਾਂ ਸਾਈਬਰ ਕ੍ਰਾਈਮ ਦੇ ਰਿਲੇਟਡ ਹੁੰਦੇ ਆ ਕਿ ਤੁਹਾਨੂੰ ਉਸ ਪਰਸਨ ਦੇ ਰਿਲੇਟਡ ਕੁਛ ਨਹੀਂ ਪਤਾ ਹੁੰਦਾ, ਕਿ ਉਹ ਤੁਸੀਂ ਜੇ ਉਹਨੂੰ ਸਰਚ ਵੀ ਕਰਨਾ ਆ ਤਾਂ ਉਹਦੀ ਫੋਨ ਡਿਟੇਲ ਤੋਂ ਹੀ ਸਰਚ ਕਰੋਗੇ। ਇਸ ਟਾਈਮ ਜੇ ATM ਕਾਰਡ ਯੂਜ਼ ਹੋਇਆ, ਇਸ ਟਾਈਮ ਕਿੱਥੇ ਕਾਰਡ ਯੂਜ਼ ਹੋਇਆ, ਤੁਹਾਨੂੰ ਪ੍ਰੋਪਰ ਲੋਕੈਲਿਟੀ ਦਾ ਤਾਂ ਪਤਾ ਲੱਗ ਜਾਂਦਾ ਕਿਸੇ ਟਾਈਮ, ਪਰ ਫਿਰ ਵੀ ਇਹਦੇ ਵਿੱਚ ਇੰਨੀਆਂ ਕੁ ਬਰੀਕੀਆਂ ਆ ਜਾਂਦੀਆਂ ਕਿ
ਕੋਡ ਦੇ ਜ਼ਰੀਏ ਥੋੜਾ ਟਾਈਮ ਜ਼ਰੂਰ ਲੱਗ ਜਾਂਦਾ ਹੈ। ਬਿਲਕੁਲ, ਤਾਂ ਇਹ ਜਿਹੜੇ ਪ੍ਰੋਸੈਸ ਫੋਲੋ ਹੁੰਦੇ ਨੇ ਇਹਦੇ ਵਿੱਚ ਇੱਕ ਵੱਖਰੇ ਤੌਰ ਤੇ ਵਕੀਲ ਹਾਇਰ ਕਰਨ ਦੀ ਵੀ ਜ਼ਰੂਰਤ ਹੁੰਦੀ ਹੈ, ਜਾਂ ਵਿਅਕਤੀ ਜਿੱਦਾਂ ਕੰਜ਼ਿਊਮਰ ਕੋਡ ਦੇ ਵਿੱਚ ਤੁਸੀਂ ਕਿਹਾ ਸੀਗਾ ਕਿ ਉਹ ਜਾਣਕਾਰੀ ਅਗਰ ਰੱਖਦਾ ਹੈ ਤਾਂ ਆਪ ਵੀ ਪ੍ਰੋਸੀਜਰ ਜੋ ਹੈ ਉਹ ਫੋਲੋ ਕਰ ਸਕਦਾ ਹੈ, ਜਾਂ ਫਿਰ ਇਹ ਵੀ ਪ੍ਰਾਵਧਾਨ ਹੈ? ਜਿਹੜਾ ਤੁਸੀਂ ਹੁਣੇ ਗੱਲ ਕੀਤੀ, ਜੇ ਤਾਂ ਬੈਂਕ ਦੇ ਰਿਲੇਟਡ ਕੋਈ ਫਰਾਡ ਹੋਇਆ ਹੈ ATM ਵਗੈਰਾ ਤਾਂ, ਤੇ ਉਹਦੇ ਵਿੱਚ ਤਾਂ RBI ਨੇ ਇੰਨੀਆਂ ਵਧੀਆ ਗਾਈਡਲਾਈਨ ਕਰ ਦਿੱਤੀਆਂ ਕਿ ਜਿਹੜੀ ਲਾਇਬਿਲਿਟੀ ਉਹ ਬੈਂਕ ਦੀ ਹੋਏਗੀ, ਬੈਂਕ ਹੀ ਜ਼ਿੰਮੇਵਾਰ ਹੋਏਗਾ ਫਰਾਡ ਦੇ ਰਿਲੇਟਡ। ਤੇ ਜੇ ਮਤਲਬ ਕਿ ਤੁਸੀਂ ਉਹ ਚੀਜ਼ ਲੋਟਰੀ ਦੇ ਲਈ ਜਾਂ ਖੁਦ ਆਪਣੀ ਇੰਟੈਂਸ਼ਨਲੀ ਨਹੀਂ ਕੀਤੀ ਹੈਗੀ, ਤੁਹਾਨੂੰ ਪੂਰੀ ਨੌਲੇਜ ਹੈ ਉਸ ਚੀਜ਼ ਦੀ, ਤੁਸੀਂ ਤਾਂ ਵੀ ਉਹ ਚੀਜ਼ ਕਰ ਰਹੇ, ਫਿਰ ਤਾਂ ਉੱਥੇ ਬੈਂਕ ਨਹੀਂ ਲਾਇਬਲ ਹੋਏਗਾ। ਪਰ ਜੇ ਇੱਥੇ ਤੁਹਾਨੂੰ ਨੌਲੇਜ ਹੀ ਨਹੀਂ, ਲਾਈਕ ਜਿੱਦਾਂ ਤੁਹਾਨੂੰ ਬੈਂਕ ਤੋਂ ਕਾਲ ਆ ਰਹੀ ਹੈ, ਉਹ ਰੀਅਲ ਦੇ ਵਿੱਚ ਬੈਂਕ ਦੀ ਕਾਲ ਨਹੀਂ ਹੈਗੀ। ਕਈ ਵਾਰੀ ਅਸੀਂ ਆਪਣੀ ਜਿੱਦਾਂ ਕਿ ਸਰਚ ਕਰੀਏ ਨੰਬਰ, ਸਾਨੂੰ ਨਹੀਂ ਕਸਟਮਰ ਕੇਅਰ ਦਾ ਨੰਬਰ ਕਿਸੇ ਬੈਂਕ ਦੇ ਰਿਲੇਟਡ ਪਤਾ ਹੋਏਗਾ, ਤੇ ਉਹਦੇ ਵਿੱਚ ਜਦੋਂ ਅਸੀਂ ਸਰਚ ਕਰਦੇ ਹਾਂ ਕਿਸੇ ਟਾਈਮ ਤਾਂ ਇੱਦਾਂ ਹੁੰਦਾ ਕਿ 4-5 ਨੰਬਰ ਕਸਟਮਰ ਕੇਅਰ ਦੇ ਸ਼ੋ ਹੁੰਦੇ, ਉਹਨਾਂ ਦੇ ਵਿੱਚੋਂ ਕਈ ਤਾਂ 2-3 ਕਾਲ ਤਾਂ ਫਰੋਡਲੀ ਹੁੰਦੀਆਂ ਨੇ। ਤੇ ਇਹਦੇ ਵਿੱਚ ਥੋੜਾ ਬਹੁਤਾ ਹੋਰ ਵੀ RBI ਨੂੰ ਕਰਨਾ ਚਾਹੀਦਾ ਕਿ ਜਿੱਦਾਂ ਤੁਸੀਂ OTP ਕਿਸੇ ਟਾਈਮ ਉਹ ਕਹਿੰਦੇ ਕਿ ਸਾਨੂੰ ਸਾਡੇ ਬੈਂਕ ਤੋਂ ਰਿਲੇਟਡ ਫੋਨ ਆਉਂਦਾ ਆ ਜੀ, ਤੇ ਉਹ ਵੈਸੇ ਜੈਨੂਅਨ ਬੈਂਕ ਤੋਂ ਵੀ ਹੋਏ, ਤੇ ਉਹ OTP ਵਗੈਰਾ ਮੰਗਦੇ ਆ, ਜਾਂ ਉਹਨਾਂ ਤੋਂ ਉਹਨਾਂ ਦੇ ਕਾਰਡ ਦੀ ਡਿਟੇਲ ਮੰਗਦੇ ਆ, ਜਾਂ ਕੋਈ ਉਹ ਫਿਰ ਕਹਿੰਦੇ ਕਿ ਸਾਨੂੰ ਤਾਂ ਹਮੇਸ਼ਾ ਜਦੋਂ ਅਸੀਂ ਫੋਨ ਕਰਦੇ ਆ ਜਾਂ ਬੈਂਕ ਦੇ ਰਿਲੇਟਡ ਹਮੇਸ਼ਾ ਇਹ ਮੈਸੇਜ ਜ਼ਰੂਰ ਆਉਂਦਾ ਹੈ ਕਿ OTP ਸ਼ੇਅਰ ਨਹੀਂ ਕਿਸੇ ਨੂੰ ਕਰਨਾ। ਪਰ ਉਹ ਇੱਦਾਂ ਦੇ ਸਵਾਲ ਹੋਣ ਤਾਂ ਬੈਂਕ ਵਾਲਿਆਂ ਨੂੰ ਵੀ ਫਸਟਲੀ ਆਪਣੇ ਜਿਹੜਾ ਵੀ ਕਸਟਮਰ ਫੋਨ ਕਰ ਰਿਹਾ ਆ ਉਹਨੂੰ ਕਲੀਅਰ ਜ਼ਰੂਰ ਕਰਨਾ ਚਾਹੀਦਾ ਆ ਇਹ ਚੀਜ਼ਾਂ ਦਾ। ਜੀ, ਤਾਂ ਬਿਲਕੁਲ ਅੱਜ ਇਸ ਤਰ੍ਹਾਂ ਦਾ ਕੋਈ ਫਰਾਡ ਹੁੰਦਾ ਹੈ, ਸਪੋਜ਼ ਕਿ ਕੰਟਰੀ ਦੇ ਵਿੱਚ ਅਜਿਹਾ ਕੁਝ ਨਹੀਂ ਹੋਇਆ, ਇੰਟਰਨੈਸ਼ਨਲ ਪੱਧਰ ਤੇ ਹੋ ਗਿਆ ਕਿ ਬੰਦਾ ਇੰਡੀਆ ਦਾ ਹੈ ਪਰ ਉਸ ਨਾਲ ਜੋ ਧੋਖਾਧੜੀ ਹੋਈ ਉਹ ਕਿਤੇ ਬਾਹਰਲੇ ਮੁਲਕ ਚੋਂ ਹੋ ਗਈ, ਕਿਉਂਕਿ ਅੱਜ ਕੱਲ੍ਹ ਟਰਾਂਸਫਰ ਤਾਂ ਤੁਸੀਂ ਦੇਸ਼ ਕਿਸੇ ਵੀ ਕੋਨੇ 'ਚ ਦੁਨੀਆ 'ਚ ਬੈਠ ਕੇ ਕਿਤੇ ਵੀ ਪੈਸਾ ਟਰਾਂਸਫਰ ਕਰ ਸਕਦੇ ਹੋ। ਤੇ ਫਿਰ ਉਸ ਕੇਸ ਦੇ ਵਿੱਚ ਕੀ ਕੀਤਾ ਜਾ ਸਕਦਾ ਹੈ, ਉਦੋਂ ਕੀ ਪ੍ਰਾਵਧਾਨ ਨੇ? ਹਾਂ, ਜਿਹੜਾ IT ਐਕਟ ਹੈ, ਇਨਫੋਰਮੇਸ਼ਨ ਟੈਕਨੋਲੋਜੀ ਐਕਟ, ਇਹ ਜਦੋਂ ਇਹਦੇ ਤੇ ਕ੍ਰਾਈਮ ਕਮਿਟ ਹੁੰਦਾ, ਇਕੱਲਾ ਇੰਡੀਆ ਤਾਂ ਨਹੀਂ ਐਪਲੀਕੇਬਲ ਹੁੰਦਾ, ਕਿ ਜੇ ਤੁਹਾਡੇ ਕੁਝ ਫੋਰਨ ਦੇ ਤੋਂ ਵੀ ਹੋ ਰਿਹਾ ਆ। ਅੱਜ ਕੱਲ੍ਹ ਤਾਂ ਲੋਕਾਂ ਦਾ ਰੁਝਾਨ ਬਹੁਤ ਵੱਧ ਗਿਆ ਆ ਕਿ ਫੋਰਨ ਜਾ ਰਿਹਾ, ਵਿਜ਼ਿਟ ਕਰ ਰਿਹਾ ਟੂਰਿਸਟ ਵੀਜ਼ਾ ਤੇ, ਉਹ ਇੱਥੇ ਇੰਡੀਆ ਤੋਂ ਹੀ ਬੈਠੇ ਬੈਠੇ ਬਾਹਰ ਦਾ ਹੋਟਲ ਵਗੈਰਾ ਬੁੱਕ ਕਰਵਾ ਲੈਂਦੇ ਆ, ਜਾਂ ਕੋਈ ਹੋਰ ਚੀਜ਼ ਵਗੈਰਾ ਵੀ ਪਰਚੇਜ਼ਾਂ ਕਰਦੇ ਆ ਕਿ ਜਿਹੜੀਆਂ ਬਾਹਰੋਂ ਹੀ ਇੱਧਰ ਨੂੰ ਆਉਂਦੀਆਂ ਆ। ਤੇ ਜਾਂ ਆਪਣੇ ਕੋਈ ਚੀਜ਼ ਕਈ ਤਰੀਕਿਆਂ ਦੇ ਨਾਲ ਦੇਖਿਆ ਜਾਂਦਾ, ਤੇ ਉਹਦੇ ਵਿੱਚ ਵੀ ਜੇ ਕੋਈ ਪਰਸਨ ਠੱਗੀ ਦਾ ਸ਼ਿਕਾਰ ਹੋ ਰਿਹਾ ਆ ਤੇ ਉਹ ਵੀ ਐਕਟ ਉੱਤੇ ਵੀ ਫਾਲ ਕਰੇਗਾ, ਉਹ ਬਾਹਰਲੀ ਚੀਜ਼ ਨੂੰ ਵੀ ਉਹਦੇ ਵਿੱਚ ਕਵਰ ਜ਼ਰੂਰ ਕੀਤਾ ਜਾਏਗਾ। ਤੇ ਮਤਲਬ ਇਨਸਾਫ ਉਹਨੂੰ ਇੱਥੋਂ ਵੀ ਮਿਲ ਸਕਦਾ ਹੈ, ਅਜਿਹਾ ਨਹੀਂ ਸੋਚਣਾ ਚਾਹੀਦਾ ਕਿ ਜੇਕਰ ਇਹ ਨੰਬਰ ਤਾਂ ਬਾਹਰ ਦਾ ਸੀ ਜਾਂ ਬੰਦਾ ਤਾਂ ਫੋਰਨ ਦਾ ਸੀਗਾ ਤੇ ਉਹਦੇ ਲਈ ਇੱਥੇ ਕੀ ਸੁਣਵਾਈ ਹੋਵੇਗੀ ਜਾਂ ਮੈਨੂੰ ਇਨਸਾਫ ਨਹੀਂ ਮਿਲੇਗਾ, ਤਾਂ ਅਜਿਹੀ ਕੋਈ ਗੱਲ ਨਹੀਂ। ਵੈਸੇ ਤਾਂ ਜੇ ਪਰਸਨ ਨੂੰ ਇੱਦਾਂ, ਪਹਿਲੀ ਗੱਲ ਤੇ ਇਹ ਕਿ ਜਿਹਦੇ ਨਾਲ ਠੱਗੀ ਵੱਜੀ ਉਹਨੂੰ ਪਹਿਲਾਂ ਹੀ ਹੌਸਲਾ ਨਹੀਂ ਢਾਹ ਲੈਣਾ ਚਾਹੀਦਾ ਕਿ ਮੈਨੂੰ ਨਹੀਂ ਮਿਲਣਾ ਇਨਸਾਫ। ਜੇ ਤਾਂ ਕੋਈ ਰੁਝਾਨ ਕਰੇਗਾ, ਕੰਪਲੀਟ ਕਿਤੇ ਨਾ ਕਿਤੇ ਮੂਵ ਕਰੇਗਾ, ਜੇ ਉਹ ਪਹਿਲਾਂ ਕੁਛ ਖੁਦ ਸਟੈਪ ਚੱਕੇਗਾ, ਹੋ ਸਕਦਾ ਕਿ ਉਹਦਾ ਜਿੰਨਾ ਉਹ ਸੋਚ ਰਿਹਾ ਉਨੀ ਜਲਦੀ ਉਹਦੇ ਕੇਸ ਦਾ ਨਿਪਟਾਰਾ ਹੋ ਜਾਵੇ। ਤੇ ਉਹਦੇ ਲਈ ਉਹਨੂੰ ਸ਼ਿਕਾਇਤ ਕਰੇਗਾ ਤਾਂ ਕਿਉਂ ਨਹੀਂ ਉਹਦਾ ਨਿਪਟਾਰਾ ਹੋ ਸਕਦਾ। ਜੇ ਤਾਂ ਉਹਦੀ ਬੈਂਕ ਦੇ ਨਾਲ ਫਰਾਡ ਦੀ ਕੋਈ ਹੈ, ਠੱਗੀ ਵਗੈਰਾ, ਤੇ ਉਹਦਾ ਤਾਂ ਫਿਰ ਬੈਂਕ ਦੇ ਜ਼ਰੀਏ ਵੀ ਸੋਲਿਊਸ਼ਨ ਹੋ ਸਕਦਾ ਹੈ ਕਿ ਅੱਜ ਕੱਲ੍ਹ ਕਈ ਚੀਜ਼ਾਂ ਆ ਕਿ ਅਸੀਂ ਜਿਹੜੇ ਟ੍ਰਾਂਜੈਕਸ਼ਨ ਆ ਇੰਟਰਨੈਸ਼ਨਲੀ ਵੀ ਹੁੰਦੀਆਂ ਆ। ਤੁਹਾਡਾ ਕ੍ਰੈਡਿਟ ਜੇ ਡੈਬਿਟ ਕਾਰਡ ਆ ਉਹ ਇੰਟਰਨੈਸ਼ਨਲੀ ਵੈਲਿਡ ਹੁੰਦੇ ਆ, ਤੇ ਉਹ ਪਰਸਨ ਨੇ ਪਹਿਲੀ ਗੱਲ ਤਾਂ ਸੋਚ ਕੇ ਹੀ ਲਿਆ ਹੁੰਦਾ ਕਿ ਮੇਰੀ ਜੋ ਬਿਜ਼ਨਸ ਦੀਆਂ ਟ੍ਰਾਂਜੈਕਸ਼ਨ ਆ ਇੱਦਾਂ ਹੁੰਦੀਆਂ ਆ, ਤੇ ਜੇ ਉਹ ਹੋਏਗਾ ਤੇ ਓਬਵੀਅਸਲੀ ਉਹਦਾ ਜ਼ਰੂਰ ਕੋਈ ਨਾ ਕੋਈ ਸੋਲਿਊਸ਼ਨ ਜ਼ਰੂਰ ਹੋਏਗਾ। ਜੀ ਬਿਲਕੁਲ, ਤਾਂ ਇਹ ਮਾਮਲੇ ਜਦੋਂ ਅਦਾਲਤ ਤੱਕ ਜੇ ਪਹੁੰਚ ਜਾਣ, ਜੇ ਇੰਨੀ ਨੌਬਤ ਆ ਜਾਏ ਕਿ ਅਦਾਲਤ ਦਾ ਰੁਖ ਕਰਨਾ ਹੀ ਪਵੇ, ਤਾਂ ਕੀ ਇਹਨਾਂ ਤੇ ਕੋਈ ਖਰਚਾ ਵੀ ਹੁੰਦਾ ਹੈ? ਜੇ ਹੁੰਦਾ ਹੈ ਤਾਂ ਫਿਰ ਕਿੰਨਾ ਕੁ ਅਮਾਊਂਟ ਇਸ ਉੱਤੇ ਲੱਗ ਸਕਦਾ ਹੈ? ਜੇ ਤੁਸੀਂ ਕੰਜ਼ਿਊਮਰ ਕੋਰਟ ਦੇ ਵਿੱਚ ਕਰਦੇ ਹੋ ਤਾਂ ਕੋਈ ਖਾਸਾ ਖਰਚਾ ਨਹੀਂ ਹੈਗਾ, ਤੇ ਵੈਸੇ ਕੰਜ਼ਿਊਮਰ ਕੋਰਟ ਦੇ ਵਿੱਚ ਹੀ ਜ਼ਿਆਦਾਤਰ ਸੋਲਿਊਸ਼ਨ ਹੋ ਜਾਂਦਾ। ਜੇ ਤੁਸੀਂ ਆਨਲਾਈਨ ਕੋਈ ਪ੍ਰੋਡਕਟ ਪਰਚੇਜ਼ ਕੀਤਾ ਹੈ, ਜਾਂ ਕਈ ਵਾਰੀ ਤੁਸੀਂ ਦੇਖਦੇ ਹੋ ਕਿ ਟਿਕਟ ਵਗੈਰਾ ਬੁੱਕ ਵੀ ਕਰਦੇ ਆ ਵੈਬਸਾਈਟ ਆ, ਜਾਂ ਹੋਟਲ ਵਗੈਰਾ ਵੀ ਜਿਹੜੇ ਆਪਾਂ ਬੁੱਕ ਕਰਦੇ ਆ, ਤੇ ਉਹ ਸਾਰੇ ਇਹਨਾਂ ਕੰਜ਼ਿਊਮਰ ਕੋਰਟ ਦੇ ਵਿੱਚ ਹੀ ਕਵਰ ਹੁੰਦੇ ਆ। ਜ਼ਿਆਦਾ ਤੋਂ ਜ਼ਿਆਦਾ ਇਹ ਜ਼ਿਆਦਾਤਰ ਕੰਜ਼ਿਊਮਰ ਕੋਰਟ ਦੇ ਵਿੱਚ ਹੀ ਆਉਂਦੇ ਆ। ਬਾਕੀ ਜੇ ਕੋਈ ਤੁਹਾਡੇ ਨਾਲ ਫਰੋਡਲੈਂਟਲੀ ਕਾਲ ਆਉਂਦੀ ਹੈ ਤਾਂ ਉਹਦੇ ਲਈ ਡਾਇਰੈਕਟਲੀ FIR ਹੋ ਜਾਂਦੀ ਹੈ। ਜਦੋਂ FIR ਹੁੰਦੀ ਹੈ ਤੇ ਉਹ ਓਬਵੀਅਸਲੀ ਹੈ ਕਿ ਤੁਹਾਨੂੰ ਸਰਕਾਰੀ ਵਕੀਲ ਮਿਲਦਾ ਹੈ, ਤਾਂ ਉਹਦੇ ਵਿੱਚ ਤੁਹਾਡਾ ਕੋਈ ਖਾਸਾ ਖਰਚਾ ਤਾਂ ਨਹੀਂ ਹੁੰਦਾ, ਕਿਉਂਕਿ ਉਹ ਸਾਰਾ ਗੌਰਮੈਂਟ ਦੀ ਹੀ
ਲਾਇਬਿਲਿਟੀ ਬਣ ਜਾਂਦੀ ਹੈ ਕਿ ਉਹੀ ਉਹਨਾਂ ਨੂੰ ਵਕੀਲ ਪ੍ਰੋਵਾਈਡ ਕਰਦੇ ਨੇ। ਜੀ ਬਿਲਕੁਲ, ਤਾਂ ਇਹਦੇ ਨਾਲ ਹੀ ਅਸੀਂ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ, ਹੁਣ ਆਪਾਂ ਪ੍ਰੋਸੀਜਰ ਤਾਂ ਦੱਸ ਦਿੱਤਾ ਕਿ ਕਿਵੇਂ ਬੈਂਕ ਤੱਕ ਅਪਰੋਚ ਕਰ ਸਕਦੇ ਨੇ, ਬੈਂਕ ਕਿੰਨੀ ਕੁ ਮਦਦ ਕਰੇਗੀ। ਇਸ ਤੋਂ ਇਲਾਵਾ ਤੁਸੀਂ ਅਗਰ ਕਾਨੂੰਨੀ ਸਹਾਇਤਾ ਲੈ ਰਹੇ ਹੋ ਤਾਂ ਫਿਰ ਉਹਦੇ ਲਈ ਤੁਹਾਡੇ ਕੋਲ ਕਿਹੜੇ ਆਪਸ਼ਨਸ ਨੇ, ਕਿਵੇਂ ਤੁਸੀਂ ਪ੍ਰੋਸੈਸ ਨੂੰ ਫੋਲੋ ਕਰ ਸਕਦੇ ਹੋ। ਪਰ ਇਸ ਸਭ ਤੋਂ ਪਹਿਲਾਂ ਅਸੀਂ ਇਸ ਜੰਜਾਲ ਵਿੱਚ ਫਸੀਏ ਹੀ ਨਾ, ਸਾਨੂੰ ਇੰਨੀ ਨੌਬਤ 'ਚ ਪੈਣਾ ਹੀ ਨਾ ਪਵੇ, ਪੈਸੇ ਅਕਾਊਂਟ ਵਿੱਚੋਂ ਕੱਟਣ ਹੀ ਨਾ। ਤਾਂ ਮੇਰੇ ਖਿਆਲ ਨਾਲ ਇਹ ਵੀ ਜਾਗਰੂਕ ਕਰ ਦੇਣਾ ਜ਼ਰੂਰੀ ਹੈ ਕਿ ਕਿਵੇਂ ਅਸੀਂ ਬਚ ਸਕਦੇ ਹਾਂ। ਵੈਸੇ ਤਾਂ ਅਗਰ ਫੇਸਬੁੱਕ ਦੀ ਗੱਲ ਕੀਤੀ ਜਾਵੇ ਜਾਂ ਫਿਰ ਫੋਨ ਦੀ ਹੀ ਗੱਲ ਕਰ ਲਈਏ ਤਾਂ ਬਹੁਤ ਸਾਰੀਆਂ ਐਪਸ ਨੇ, ਉਹ ਐਪਸ ਅਸੀਂ ਕਨੈਕਟ ਹੁੰਨੇ ਆ ਉਹਨਾਂ ਦੇ ਨਾਲ, ਆਪਣੇ ਮੋਬਾਈਲ ਨੰਬਰ ਵੀ ਐਂਟਰ ਕਰਦੇ ਆ, ਆਪਣੀ ਪਰਸਨਲ ਜਾਣਕਾਰੀ ਵੀ ਉਹਨਾਂ ਦੇ ਵਿੱਚ ਐਂਟਰ ਕਰਦੇ ਆ। ਔਰ ਹੁਣ ਤਾਂ ਆਨਲਾਈਨ ਬੈਂਕਿੰਗ ਐਪਸ ਅਸੀਂ ਸਿੱਧਾ ਡਾਊਨਲੋਡ ਕੀਤੀਆਂ ਹੁੰਦੀਆਂ ਨੇ ਆਪਣੇ ਮੋਬਾਈਲ ਦੇ ਵਿੱਚ। ਜਿੰਨੀਆਂ ਸੁਵਿਧਾਵਾਂ ਉਨਾ ਹੀ ਰਿਸਕ ਵੀ ਵਧਿਆ ਹੈ, ਤਾਂ ਬੜਾ ਸਾਵਧਾਨੀ ਵਰਤਣ ਦੀ ਇੱਥੇ ਜ਼ਰੂਰਤ ਹੈ। ਕੀ ਕਹਿਣਾ ਚਾਹੋਗੇ ਪ੍ਰੀਤੀ ਦਰਸ਼ਕਾਂ ਨੂੰ? ਮੈਂ ਇਹ ਚੀਜ਼ ਕਹਿਣਾ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਜਿੱਦਾਂ ਹੀ ਲੋਕੀ ਮਤਲਬ ਕਿ ਥੋੜ੍ਹੇ ਟਾਈਮ ਲਈ ਚਾਹੇ ਘਰ ਤੋਂ ਵੀ ਬਾਹਰ ਨਿਕਲਣਾ, ਉਹਨਾਂ ਦੀ ਪ੍ਰਾਈਵੇਸੀ ਬਿਲਕੁਲ ਨਹੀਂ ਰਹਿ ਗਈ। ਉਹ ਜਾਂ ਤਾਂ ਉਹਨੂੰ ਸਟੇਟਸ ਪਾ ਦਿੰਦੇ ਆ ਜਾਂ ਆਪਣੇ ਫੇਸਬੁੱਕ 'ਤੇ ਲਾਈਵ ਲੋਕੇਸ਼ਨ ਸ਼ੋਅ ਕਰ ਦਿੰਦੇ ਆ ਕਿ ਉਹ ਵੀ ਚੀਜ਼ਾਂ ਕਿਤੇ ਨਾ ਕਿਤੇ ਨਾ ਤੁਹਾਡੇ ਲਈ ਇੱਕ ਖਤਰਾ ਹੀ ਪੈਦਾ ਕਰਦੀਆਂ ਨੇ। ਤਾਂ ਥੋੜ੍ਹੀ ਆਪਣੀ ਜਿਹੜੀ ਲਾਈਫ ਆ ਉਹਨੂੰ ਥੋੜ੍ਹਾ ਪ੍ਰਾਈਵੇਸੀ ਜ਼ਰੂਰ ਦੇਵੋ ਕਿ ਇੱਦਾਂ ਪਬਲਿਕਲੀ ਉਹ ਚੀਜ਼ਾਂ ਨੂੰ ਨਾ ਕਰੋ। ਜੇ ਤੁਸੀਂ ਆਪਣੀ ਕਿਸੇ ਚੀਜ਼ ਦੇ ਪਾਸਵਰਡ ਵਗੈਰਾ ਵੀ ਰੱਖਦੇ ਹੋ, ਉਹਨੂੰ ਇੰਨਾ ਥੋੜ੍ਹਾ ਯੂਨੀਕ ਵੇ ਨਾਲ ਰੱਖੋ ਕਿ ਇੰਨੇ ਸਿੰਪਲ ਵੇ ਨਾਲ ਨਾ ਰੱਖੋ ਕਿ ਜਿਹੜਾ ਹੈਗਾ ਆ ਹੈਕਰ ਉਹ ਈਜ਼ੀਲੀ ਹੈਕ ਕਰ ਲਵੇ। ਕਿ ਕਈ ਵਾਰੀ ਤਾਂ ਮਾਈਂਡ ਦੇ ਵਿੱਚ ਹੁੰਦਾ ਆ ਕਿ ਕਈ ਪਰਸਨ ਦੀ ਪਰਸਨੈਲਿਟੀ ਨੂੰ ਹੀ ਜੱਜ ਕਰਕੇ ਆਈਡੀਆ ਲਗਾ ਲੈਂਦੇ ਆ ਕਿ ਇਸ ਪਰਸਨ ਦਾ ਇਹ ਪਾਸਵਰਡ ਹੋ ਸਕਦਾ, ਇਹ ਹੋ ਸਕਦਾ। ਤੇ ਇਸ ਲਈ ਕਿ ਤੁਸੀਂ ਇੰਨਾ ਕੁਝ ਯੂਨੀਕ ਰੱਖੋ ਤੇ ਟਾਈਮ ਟੂ ਟਾਈਮ ਆਪਣੇ ਪਾਸਵਰਡ ਨੂੰ ਚੇਂਜ ਵੀ ਕਰਦੇ ਰਹੋ। ਤੇ ਜੇ ATM ਵਗੈਰਾ ਤੁਸੀਂ ਯੂਜ਼ ਕਰਦੇ ਹੋ, ਕ੍ਰੈਡਿਟ ਕਾਰਡ ਯੂਜ਼ ਕਰਦੇ ਹੋ, ਫਸਟਲੀ ਉਹਦੀ ਤਾਂ ਨੌਲੇਜ ਜ਼ਰੂਰ ਰੱਖੋ। ਜੇ ਤੁਸੀਂ ਨਹੀਂ ਯੂਜ਼ ਕਰ ਰਹੇ ਉਹ ਚੀਜ਼ਾਂ ਦਾ ਕਿ ਇਨ ਕੇਸ ਤੁਹਾਡੇ ਆਉਣ ਵਾਲੇ ਹੁਣ ਤੱਕ ਤਾਂ ਤੁਹਾਡੇ ਤੱਕ ਨਹੀਂ ਕੋਈ ਠੱਗੀ ਨਹੀਂ ਹੋਈ, ਜੇ ਇਨ ਕੇਸ ਫਿਊਚਰ 'ਚ ਹੋ ਜਾਂਦੀ ਹੈ, ਤੁਸੀਂ ਜੇ ਉਹਨੂੰ ਨਹੀਂ ਯੂਜ਼ ਕਰਨਾ ਹੈਗਾ ਤਾਂ ਤੁਸੀਂ ਐਟਲੀਸਟ ਉਹਨੂੰ ਬੰਦ ਹੀ ਕਰਵਾ ਦਿਓ। ਜੇ ਤੁਸੀਂ ਯੂਜ਼ ਕਰਦੇ ਹੋ ਤੇ ਤੁਸੀਂ ਪਹਿਲਾਂ ਤਾਂ ਅਵੇਅਰ ਰਹੋ। ਜੇ ਤੁਹਾਨੂੰ ਨਹੀਂ ਉਸ ਟਾਈਮ ਕੋਈ ਟ੍ਰਾਂਜੈਕਸ਼ਨ 'ਚ ਪ੍ਰੋਬਲਮ ਆ ਰਹੀ ਹੈ ਜਾਂ ਤੁਸੀਂ ਪੈਸੇ ਕਢਵਾਉਣ ਗਏ ਹੋ, ਤੁਹਾਡੇ ਤੋਂ ਨਹੀਂ ਉਸ ਟਾਈਮ ਨਹੀਂ ਅਮਾਊਂਟ ਕੋਈ ਨਿਕਲ ਰਹੀ, ਤੁਸੀਂ ਕਿਸੇ ਦੀ ਹੈਲਪ ਨਾ ਲਓ। ਜੇ ਹੈਲਪ ਉਹਦੇ ਨਾਲ ਆ ਕੇ ਤੁਸੀਂ ਜਾਂ ਤਾਂ ਬੈਂਕ 'ਚ ਹੀ ਵਿਜ਼ਿਟ ਕਰ ਲਓ ਜਾਂ ਅੱਜ ਕੱਲ੍ਹ ਤਾਂ ਈਜ਼ੀਲੀ ਕਸਟਮਰ ਕੇਅਰ ਦੇ ਬਹੁਤ ਸਾਰੇ ਨੰਬਰ ਅਵੇਲੇਬਲ ਆ, ਉਹਨਾਂ ਨੂੰ ਦੱਸੋ ਕਿ ਇਹ ਪ੍ਰੋਬਲਮ ਆ ਰਹੀ ਹੈ। ਨਾਲ ਦੀ ਨਾਲ ਜੇ ਤੁਸੀਂ ਕਿਤੇ ਆਪਣਾ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਯੂਜ਼ ਕਰਦੇ ਹੋ ਤੇ ਜੇ ਤੁਸੀਂ ਮੋਸਟਲੀ ਪੈਟਰੋਲ ਪੰਪ 'ਤੇ ਜਾਂ ਮੋਲ ਵਗੈਰਾ 'ਤੇ ਕਿਤੇ ਦੁਕਾਨਦਾਰ ਤੋਂ ਯੂਜ਼ ਕਰ ਰਹੇ ਹੋ, ਤੁਸੀਂ ਇਹ ਜ਼ਰੂਰ ਧਿਆਨ ਰੱਖੋ ਕਿ ਉਹ ਤੁਹਾਡਾ ਕਾਰਡ ਲੈ ਕੇ ਤੁਹਾਡੇ ਤੋਂ ਥੋੜ੍ਹੀ ਦੂਰੀ 'ਤੇ ਤਾਂ ਨਹੀਂ ਜਾ ਰਿਹਾ। ਤੇ ਜੇ ਉਹ ਜਾ ਵੀ ਰਿਹਾ ਆ ਤੇ ਉਸ ਚੀਜ਼ ਲਈ ਉਸ ਪਰਸਨ ਨੂੰ ਤੁਹਾਨੂੰ ਟੋਕਣਾ ਹੀ ਜਾਇਜ਼ ਆ। ਕਿ ਤੁਸੀਂ ਇਹ ਦੇਖੋ ਕਿ ਜੇ ਤੁਸੀਂ ਅੱਜ ਨਹੀਂ ਉਹ ਚੀਜ਼ਾਂ ਲਈ ਕੋਈ ਐਫਰਟ ਕਰੋਗੇ, ਹੋ ਸਕਦਾ ਕਿ ਅੱਜ ਨਹੀਂ ਤੁਹਾਡੇ ਨਾਲ ਕੋਈ ਹੋਇਆ, ਉਹ ਤੋਂ ਇਨਫੋਰਮੇਸ਼ਨ ਤਾਂ ਸਾਰੀ ਚਲੇਗੀ ਤੇ ਫਿਰ ਤੁਹਾਡੇ ਨਾਲ ਇਨ ਫਿਊਚਰ ਕੋਈ ਠੱਗੀ ਹੋ ਸਕਦੀ ਹੈ। ਕਈ ਵਾਰੀ ਅਸੀਂ ਨਾ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਕਿ ਫ੍ਰੀ ਵਾਲੀਆਂ ਕਈ ਜਿੱਦਾਂ ਪਲੇ ਸਟੋਰ 'ਤੇ ਜਾ ਕੇ ਅਸੀਂ ਐਪ ਸਟੋਰ ਦੇ ਵਿੱਚ ਜਾ ਕੇ ਕਈ ਐਪਲੀਕੇਸ਼ਨਾਂ ਸਟੋਰ ਕਰ ਲੈਂਦੇ ਹਾਂ ਤੇ ਉਹਦੇ ਵਿੱਚ ਜਿਹੜੇ ਆ ਪ੍ਰਾਈਵੇਸੀ ਪੋਲਿਸੀ ਅਸੀਂ ਕਦੀ ਨਹੀਂ ਰੀਡ ਕਰਦੇ ਕੀ ਹੈਗੀਆਂ ਆ। ਉਹਦੇ ਨਾਲ ਹੀ ਤੁਹਾਡਾ ਜਿਹੜਾ ਡਾਟਾ ਆ ਪੂਰਾ ਫੋਨ ਦੇ ਆ ਚਲੇ ਜਾਂਦਾ। ਉਹਦੇ ਵਿੱਚ ਤਾਂ ਅੱਜ ਕੱਲ੍ਹ ਤਾਂ ਹਰ ਕਿਸੇ ਦੇ ਫੋਨ ਦੇ ਵਿੱਚ ਨੈੱਟ ਬੈਂਕਿੰਗ ਹੈ। ਤੁਹਾਡੇ ਪਾਸਵਰਡ ਤੁਸੀਂ ਕਿਸੇ ਟਾਈਮ ਤਾਂ ਤੁਸੀਂ ਕਿਸੇ ਤਰੀਕੇ ਪਾਸਵਰਡ ਵੀ ਸੇਵ ਕਰ ਲੈਂਦੇ ਹੋ ਕਿ ਮੇਰੇ ਮਾਈਂਡ 'ਚ ਨਹੀਂ ਰਹੂੰਗੇ, ਤੁਸੀਂ ਆਪਣੀ ਮੇਲ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਅਟੈਚ ਕਰ ਲੈਂਦੇ ਹੋ ਤੇ ਉਹਦੇ ਨਾਲ ਵੀ ਤੁਹਾਡੇ ਲਈ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਜੇ ਤੁਸੀਂ ਕੋਈ ਚੀਜ਼ ਪਰਚੇਜ਼ ਕਰਨ ਲੱਗੇ ਸਾਰੀਆਂ ਉਹਦੀਆਂ ਪਾਲਿਸੀਆਂ ਪੜ੍ਹਦੇ ਹੋ ਤੇ ਥੋੜਾ ਸਮਾਂ ਤੁਸੀਂ ਜਦੋਂ ਐਪਲੀਕੇਸ਼ਨਸ ਕੋਈ ਇੰਸਟਾਲ ਕਰਨੀ ਹੈ ਉਹਨੂੰ ਵੀ ਥੋੜਾ ਸਮਾਂ ਦੇ ਕੇ ਦੇਖ ਲਵੋ ਕਿ ਇਹ ਸਾਡੇ ਲਈ ਜੈਨੂਇਨ ਹੈ ਜਾਂ ਨਹੀਂ ਹੈ। ਕਈ ਵਾਰੀ ਤਾਂ ਇਦਾਂ ਹੁੰਦਾ ਕਿ ਇੰਟਰਟੇਨਮੈਂਟ ਦੀ ਤੁਸੀਂ ਕੋਈ ਚੀਜ਼ ਦੂਸਰੇ ਕੋਲ ਸੁਣੀ ਹੈ, ਤੁਸੀਂ ਕਹਿੰਦੇ ਮੇਰੇ ਫੋਨ 'ਚ ਨਹੀਂ ਹੈਗੀ, ਮੈਂ ਹੁਣੇ ਇਹਨੂੰ ਇੰਸਟਾਲ ਕਰਦਾ ਹਾਂ ਤੇ ਉਹ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਇਸ ਵੇ ਨਾਲ ਵੀ ਹੋ ਜਾਂਦਾ ਹੈ। ਜਾਂ ਤੁਸੀਂ WhatsApp ਦੇ ਉੱਤੇ ਇੱਕ ਦੂਸਰੇ ਨੂੰ ਲਿੰਕ ਸ਼ੇਅਰ ਕਰਦੇ ਹੋ ਕਿ ਤੁਹਾਨੂੰ ਇਹ ਇਨਾਮ ਨਿਕਲੇਗਾ, ਆ ਕਰੋਗੇ ਇੰਨੇ ਪਰਸਨ ਨੂੰ ਸ਼ੇਅਰ ਕਰੋ, ਉਹ ਵੀ ਤੁਹਾਡੇ ਲਈ ਨੁਕਸਾਨ ਹੀ ਦਿੰਦਾ ਆ। ਤੁਸੀਂ ਜਿੰਨਾ ਹੋ ਸਕੇ ਇਹ ਚੀਜ਼ਾਂ ਨੂੰ ਘੱਟ ਤੋਂ ਘੱਟ ਯੂਜ਼ ਕਰੋ ਤੇ ਇੱਦਾਂ ਦੇ ਲਾਲਚ ਵਿੱਚ ਨਾ ਫਸੋ ਕਿ ਮੈਨੂੰ ਲੋਟਰੀ ਮਿਲਣੀ ਹੈ ਜਾਂ ਮੈਨੂੰ ਕੋਈ ਆਫਰ ਆਇਆ ਹੈ, ਇਨਾਮ ਮਿਲਣਾ ਹੈ। ਇਹਨਾਂ ਚੀਜ਼ਾਂ ਤੋਂ ਬਚੋ। ਤੇ ਨਾਲ ਜਦੋਂ ਤੁਸੀਂ ਕੋਈ ਵੈਬਸਾਈਟਾਂ ਵੀ ਦੇਖਦੇ ਹੋ ਕਿ ਤੁਸੀਂ ਚੀਜ਼ ਪਰਚੇਜ਼ ਕਰਨੀ ਆ ਤੇ ਸਸਤਾ ਕਿੰਨਾ ਕੁ ਪ੍ਰੋਡਕਟ ਤੁਹਾਨੂੰ ਕੰਪਨੀ ਦੇ ਦੂੰਗੀ, ਇੱਕ ਲਿਮਿਟ ਹੋਊਗੀ ਕੰਪਨੀ ਦੀ,
ਕੋਈ ਵੀ ਤੁਹਾਨੂੰ ਫ੍ਰੀ ਆਫਰ ਨਹੀਂ ਦਊਗਾ। ਤੁਸੀਂ ਜਦੋਂ ਇਹ ਲਾਲਚ ਦੇ ਵਿੱਚ ਆ ਕੇ ਕਿ ਇਹ ਚੀਜ਼ ਮੈਨੂੰ ਫ੍ਰੀ ਦੇ ਰਿਹਾ ਆ ਜਾਂ ਕੁਝ ਹੋ ਰਿਹਾ, ਜਾਂ ਤਾਂ ਤੁਹਾਡਾ ਡਾਟਾ ਚਲਿਆ ਜਾਂਦਾ ਆ, ਜੇ ਉਹ ਸਸਤੇ ਦੇ ਵਿੱਚ ਵੇਚ ਰਿਹਾ ਆ ਤੁਹਾਡੀ ਓਨੀ ਕੁ ਅਮਾਊਂਟ ਚਲੇ ਜਾਂਦੀ, ਉਹ ਕਿਤੇ ਵੀ ਰਿਫੰਡੇਬਲ ਨਹੀਂ ਹੁੰਦੀ ਹੈਗੀ। ਆ ਜਾ ਕੇ ਤੁਸੀਂ ਧੋਖਾਧੜੀ ਦਾ ਸ਼ਿਕਾਰ ਹੁੰਦੇ ਹੋ। ਥੋੜਾ ਆਪਣੇ ਆਪ ਨੂੰ ਅਵੇਅਰ ਕਰਨ ਦੀ ਜ਼ਰੂਰਤ ਆ ਕਿ ਜੇ ਤੁਹਾਨੂੰ ਚੀਜ਼ ਦਾ ਯੂਜ਼ ਕਰ ਰਹੇ ਹੋ ਤੇ ਉਹਦੇ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਫਰੋਡ ਆ। ਹੁਣ ਜਿੱਦਾਂ ਬੈਂਕ ਦੀਆਂ ਤਾਂ ਗਾਈਡਲਾਈਨਾਂ RBI ਦੀ ਤਾਂ ਬਹੁਤ ਟਾਈਮ ਦੇ ਆ ਗਈਆਂ, ਪਰ ਮੈਨੂੰ ਨਹੀਂ ਲੱਗਦਾ ਕਿ ਸਾਰੇ ਪਰਸਨ ਨੂੰ ਇਹਦੇ ਰਿਗਾਰਡਿੰਗ ਨੌਲੇਜ ਹੋਏਗੀ। ਤਾਂ ਜੇ ਤੁਸੀਂ ਇਦਾਂ ਦੀ ਕੋਈ ਆਪਣੀ ਵੈਲਿਊਏਬਲ ਚੀਜ਼ ਆ, ਜਿੱਦਾਂ ਤੁਸੀਂ ਆਪਣੇ ਮਕਾਨ ਦੀ ਰਜਿਸਟਰੀ ਕਰਾਉਂਦੇ ਹੋ, ਉਹਨੂੰ ਤਾਂ ਤੁਸੀਂ ਸੰਭਾਲ ਕੇ ਰੱਖਦੇ ਹੀ ਹੋ, ਉਹਦੇ ਰਿਲੇਟਡ ਵੀ ਬਹੁਤ ਜਾਣਕਾਰੀ ਲੈਂਦੇ ਹੋ। ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਚਾਹੀਦਾ ਆ ਕਿ ਜੇ ਤੁਹਾਨੂੰ ATM, ਕ੍ਰੈਡਿਟ ਕਾਰਡ, ਕੋਈ ਵੀ ਬੈਂਕ ਦੇ ਰਿਲੇਟਡ ਕੋਈ ਚੀਜ਼ ਯੂਜ਼ ਕਰ ਰਹੇ ਹੋ, ਉਹਨੂੰ ਵੀ ਉਸੇ ਤਰੀਕੇ ਹੀ ਸੰਭਾਲ ਕੇ ਰੱਖੋ। ਕਿਸੇ ਨਾਲ ਸ਼ੇਅਰ ਨਾ ਕਰੋ ਉਹ ਚੀਜ਼ਾਂ, ਚਾਹੇ ਤੁਹਾਡਾ ਕੋਈ ਤੁਹਾਨੂੰ ਲੱਗਦਾ ਕਿ ਤੁਹਾਡਾ ਨਾਉਨ ਪਰਸਨ ਹੀ ਕਰ ਰਿਹਾ ਜਾਂ ਕੋਈ ਤੁਹਾਡਾ ਫਰੈਂਡ ਆ, ਇਹ ਚੀਜ਼ਾਂ ਨੂੰ ਜ਼ਰੂਰ ਤੁਸੀਂ ਸਿਕਿਉਰ ਜ਼ਰੂਰ ਰੱਖੋ। ਜੀ ਬਿਲਕੁਲ। ਤਾਂ ਤਮਾਮ ਮੁੱਦੇ ਉੱਤੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਪ੍ਰੀਤੀ ਜੀ। ਧੰਨਵਾਦ। ਤਾਂ ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਹ ਆਨਲਾਈਨ ਫਰਾਡ ਤੋਂ ਕਿਵੇਂ ਬਚਣਾ ਹੈ, ਕੀ ਕੁਝ ਪ੍ਰੋਸੀਜਰ ਰਹੇਗਾ, ਉਹਦੀ ਵਿਸਥਾਰਪੂਰਵਕ ਜਾਣਕਾਰੀ ਮਿਲੇ ਹੋਏਗੀ। ਔਰ ਸੁਚੇਤ ਰਹਿਣ ਦੀ ਬਿਲਕੁਲ ਜ਼ਰੂਰਤ ਹੈ। ਤੁਸੀਂ ਜਿੰਨਾ ਅਵੇਅਰ ਰਹੋਗੇ ਉਨਾ ਹੀ ਅਜਿਹੇ ਜੋ ਅਣਚਾਹੇ ਖਤਰੇ ਕਹਿ ਸਕਦੇ ਹਾਂ, ਕਿਉਂਕਿ ਜੇ ਫਰਾਡ ਹੁੰਦਾ ਹੈ, ਅਕਾਊਂਟ ਦੇ ਵਿੱਚੋਂ ਪੈਸੇ ਡਿਡਕਟ ਹੋ ਜਾਂਦੇ ਨੇ, ਤਾਂ ਮਿਹਨਤ ਦੀ ਕਮਾਈ ਜਦੋਂ ਇੰਜ ਖੁੱਸ ਜਾਂਦੀ ਹੈ ਤਾਂ ਫਿਰ ਦੁੱਖ ਤਾਂ ਬਹੁਤ ਹੁੰਦਾ ਹੈ ਔਰ ਫਿਰ ਕੋਈ ਰਾਹ ਵੀ ਨਹੀਂ ਦਿਸਦਾ ਹੁੰਦਾ ਕਿ ਕਿਵੇਂ ਮਸਲਿਆਂ ਦਾ ਹੱਲ ਕੀਤਾ ਜਾਵੇ। ਪਰ ਉਮੀਦ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕਾਫੀ ਜਾਣਕਾਰੀ ਮਿਲੀ ਹੋਵੇਗੀ। ਇਸੇ ਦੇ ਨਾਲ ਸਾਨੂੰ ਦਿਓ ਇਜਾਜ਼ਤ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਤੁਸੀਂ ਦੇਖਦੇ ਰਹੋ TV ਪੰਜਾਬ।